जो बोले सो निर्भय। भगवान वाल्मीकि महाराज की जय। प्रभु वाल्मीकि जी दे, प्रभु वाल्मीकि जी दे, शरदा नर शीश झुका लिए। प्रभु वाल्मीकि जी दे, शरदा नर शीश झुका लिए। सेवा सा संगत दी कर लिए, सेवा सा संगत दी कर लिए। ये जीवन सफल बना लिए। प्रभु वाल्मीकि दे दे, शरदा नर शीश झुका लिए। प्रभु वाल्मीकि दे दे। सादी माला बना के जी दाता दा सिमरन कर लिए। सादी माला बना के जी दाता दा सिमरन कर लिए। ओ पथ प्रदक्षक सब है, दसे पव सागर किंज तरना है। ओ पथ प्रदक्षक सब है, दसे पव सागर किंज तरना है। ये उत्तम जन्म मनुख है, ये उत्तम जन्म मनुख है। पुरुषार्थ देवल लालिए। प्रभु वाल्मीकि दे दे, शरदा नर शीश झुका लिए। प्रभु वाल्मीकि दे दे। कादिर दी कुदरत है न्यारी, एदा भेद किसने पाया ना। कादिर दी कुदरत है न्यारी, एदा भेद किसने पाया ना। दुनिया नू तारण लई दाता खुद धरती उत्ते आया। दुनिया नू तारण लई दाता खुद धरती उत्ते आया। ओदे सच्ची बाण पुजारी, ओदे सच्ची बाण पुजारी। चरना विच डेरा लालिए। प्रभु वाल्मीकि दे दे, शरदा नर शीश झुका लिए। प्रभु वाल्मीकि दे दे।
नाम भगता दा अमृत सदावी, बाकी दुनिया झूठ पसारा। नाम भगता दा अमृत सदावी, बाकी दुनिया झूठ पसारा। हर गुरु पीर यही आखे, नहीं मिलना जन्म दोबारा। हर गुरु पीर यही आखे, नहीं मिलना जन्म दोबारा। तारी मन आया सब छड़ के, तारी मन आया सब छड़ के। ओदी सिक्ख्या मन बसा लिए, प्रभु वाली जी दे दर ते। शरदा नाल शीश झुका लिए, सेवा सा संगत दी कर ले। ये जीवन सफल बना लिए, प्रभु वाल्मीकि दे दर ते। जो बोले सो निर्भय, तो वाल्मीकि महाराज की जय। साध संगत जी, भगवान वाल्मीकि जी की जय। जय गुरुदेव, धन गुरुदेव। पिछले 2 ਹਫ਼ਤਿਆਂ ਤੋਂ ਆਪਾਂ ਭਗਵਾਨ ਵਾਲਮੀਕ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਦੁਨੀਆ ਭਰ ਵਿੱਚੋਂ ਮੀਡੀਆ ਉੱਪਰ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ, ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ, ਜਾਂ ਫਿਰ ਉਹਨਾਂ ਦੇ ਗੁਰਪੁਰਬ ਦੇ ਸੰਬੰਧ ਵਿੱਚ ਵਧਾਈਆਂ ਦੀ ਗੱਲ ਚੱਲ ਰਹੀ ਹੈ। ਸਾਡੇ ਵੱਲੋਂ ਵੀ ਸਮੁੱਚੀ ਮਾਨਵਤਾ ਨੂੰ ਭਗਵਾਨ ਵਾਲਮੀਕ ਜੀ ਦੇ ਗੁਰਪੁਰਬ ਦੀ ਬਹੁਤ ਬਹੁਤ ਵਧਾਈ। ਸਾਡੇ ਕੁਝ ਭੈਣ ਭਾਈ ਇਹ ਜ਼ਰੂਰ ਵਿਚਾਰ ਕਰਦੇ ਹੋਣਗੇ ਕਿ ਭਗਵਾਨ ਵਾਲਮੀਕ ਜੀ ਦਾ ਗੁਰਪੁਰਬ ਤਾਂ ਲੰਘ ਗਿਆ, ਪਰ ਇਹ ਟੀਚਿੰਗਸ ਆਫ ਭਗਵਾਨ ਵਾਲਮੀਕ ਜੀ ਦੇ ਨਾਂ ਥੱਲੇ ਪ੍ਰੋਗਰਾਮ ਦੇਣ ਵਾਲੇ ਅਜੇ ਵੀ ਭਗਵਾਨ ਵਾਲਮੀਕ ਜੀ ਦੇ ਗੁਰਪੁਰਬ ਦੇ ਗੀਤ ਹੀ ਗਾਏ ਜਾ ਰਹੇ ਹਨ। ਗੁਰਮੁਖ ਪਿਆਰਿਓ, ਮੈਨੂੰ ਗੁਰਬਾਣੀ ਦੀ ਇੱਕ ਕੜੀ ਯਾਦ ਆ ਗਈ। ਗੁਰੂ ਘਰ ਨੇ ਆਪਣੀ ਬਾਣੀ ਅੰਦਰ ਇੱਕ ਜਗ੍ਹਾ ਤੇ ਫਰਮਾਇਆ, ਨਾਨਕ ਸੋਈ ਦਿਨਸ ਸੁਹਾਵੜਾ, ਜਿਤ ਪ੍ਰਭ ਆਵੇ ਚਿਤ, ਜਿਤ ਦਿਨ ਵਿਸਰੇ ਪਾਰ ਬ੍ਰਹਮ, ਫਿਟ ਭਲੇਰੀ ਰੁੱਤ। ਗੁਰੂ ਸਾਹਿਬ ਜੀ ਦੱਸਦੇ ਹਨ ਕਿ ਉਹ ਦਿਨ ਹੀ ਭਾਗਾਂ ਭਰਿਆ ਆਖਿਆ ਜਾ ਸਕਦਾ ਜਿਸ ਦਿਨ ਉਹ ਮਾਲਕ ਇਸ ਇਨਸਾਨ ਦੀ ਯਾਦ ਵਿੱਚ ਆ ਜਾਵੇ। ਇਸ ਕਰਕੇ ਕਿਸੇ ਖਾਸ ਦਿਨ ਨਾਲ ਉਸ ਦਾ ਕੋਈ ਵੀ ਸੰਬੰਧ ਨਹੀਂ ਆਖਿਆ ਜਾ ਸਕਦਾ। ਦੂਸਰੀ ਅੱਧੀ ਕੜੀ ਵਿੱਚ ਗੁਰੂ ਸਾਹਿਬਾਨ ਨੇ ਜ਼ਿਕਰ ਕੀਤਾ ਕਿ ਜਿਸ ਦਿਨ ਉਹ ਮਾਲਕ ਯਾਦ ਵਿੱਚ ਨਹੀਂ ਹੈ, ਉਹ ਵਕਤ ਨੂੰ ਫਿਟਕਾਰ ਆਖਿਆ ਜਾ ਸਕਦਾ। ਬਾਣੀ ਦੀ ਸਿੱਖਿਆ ਅਨੁਸਾਰ ਉਸ ਭਗਵਾਨ ਨੂੰ ਯਾਦ ਕਰਨਾ ਹੀ ਉਸ ਦਾ ਗੁਰਪੁਰਬ ਮਨਾਉਣਾ ਆਖਿਆ ਜਾ ਸਕਦਾ। ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਅੰਦਰ, ਜੋ ਕਿ ਨਿਰਵਾਣ ਪ੍ਰਕਰਨ ਸਰਗ 37 ਪੇਜ 83 ਉੱਪਰ ਹੈ, ਕੀ ਫਰਮਾਇਆ ਭਗਵਾਨ ਵਾਲਮੀਕ ਜੀ ਨੇ? ਉਸ ਇਸ਼ਟ ਦੇਵ ਦਾ ਪੂਜਨ ਧਿਆਨ ਹੈ ਤੇ ਧਿਆਨ ਹੀ ਪੂਜਨ ਹੈ। ਦੂਸਰੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਨੇ ਫਰਮਾਇਆ ਕਿ ਜਿੱਥੇ ਜਿੱਥੇ ਮਨ ਜਾਵੇ ਉੱਥੇ ਉੱਥੇ ਉਸ ਦਾ ਧਿਆਨ ਕਰੋ। ਤੀਸਰੀ ਕੜੀ ਵਿੱਚ
ਭਗਵਾਨ ਵਾਲਮੀਕ ਜੀ ਨੇ ਫਰਮਾਇਆ ਕਿ ਆਤਮ ਦੇਵ ਦਾ ਧਿਆਨ ਕਰਨਾ ਹੀ ਧੂਫ ਦੀਪ ਹੈ ਤੇ ਪੂਜਾ ਦੀ ਸਾਰੀ ਸਮੱਗਰੀ ਇਹੀ ਹੈ। ਚੌਥੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਨੇ ਫਰਮਾਇਆ ਕਿ ਧਿਆਨ ਹੀ ਉਸ ਦੇਵ ਨੂੰ ਪ੍ਰਸੰਨ ਕਰਦਾ ਹੈ ਤੇ ਉਸ ਤੋਂ ਪਰਮਾਨੰਦ ਹਾਸਲ ਹੁੰਦਾ ਹੈ। ਹੋਰ ਕਿਸੇ ਤਰੀਕੇ ਨਾਲ ਉਹ ਦੇਵ ਨਹੀਂ ਮਿਲਦਾ। ਆਪਾਂ ਉਸ ਭਗਵਾਨ ਦਾ ਪ੍ਰਗਟ ਦਿਵਸ ਜਾਂ ਗੁਰਪੁਰਬ ਮਨਾ ਰਹੇ। ਸਾਲ ਵਿੱਚ ਇੱਕ ਦਿਨ ਇਕੱਠੇ ਹੋਏ ਜਾਂ ਫਿਰ ਕਿਸੇ ਮੀਡੀਆ ਉੱਪਰ ਆ ਕੇ ਉਸ ਦੇ ਗੁਰਪੁਰਬ ਦੇ ਸੰਬੰਧ ਵਿੱਚ ਕੁਝ ਸ਼ਬਦ ਆਖੇ। ਬਾਕੀ ਸਾਰਾ ਸਾਲ ਘਰ ਹੀ ਬੈਠੇ ਰਹੇ ਤਾਂ ਕਿ ਜ਼ਿੰਦਗੀ ਵਿੱਚ ਤਬਦੀਲੀ ਆ ਜਾਵੇਗੀ। ਇਹ ਸਵਾਲ ਸਾਡੇ ਸਾਰਿਆਂ ਦੇ ਸਾਹਮਣੇ ਖੜਾ ਹੈ। ਮੈਂ ਜ਼ਿਆਦਾ ਕੁਝ ਨਾ ਕਹਿੰਦੀ ਹੋਈ ਅੱਜ ਦੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਦੀ ਵੀ ਸੰਗਤ ਨਾਲ ਜਾਣ ਪਹਿਚਾਣ ਕਰਵਾ ਦੇਵਾਂ, ਜੋ ਕਿ ਦੁਨੀਆ ਭਰ ਵਿੱਚ ਕਾਂਸ਼ੀ ਟੈਲੀਵਿਜ਼ਨ ਉੱਪਰ ਟੀਚਿੰਗਸ ਆਫ ਭਗਵਾਨ ਵਾਲਮੀਕ ਜੀ ਦੇ ਨਾਂ ਥੱਲੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਨ। ਅੱਜ ਦੇ ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਹਿੱਸਾ ਲੈ ਰਹੇ ਹਨ ਭਾਈ ਸਾਹਿਬ ਭਾਈ ਉਮਰ ਕਲਿਆਣ ਜੀ ਅਤੇ ਇਹਨਾਂ ਦਾ ਸਾਥ ਦੇਣਗੇ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਸੋਹਤਾ। ਭਾਈ ਸਾਹਿਬ ਜੀ, ਭਗਵਾਨ ਵਾਲਮੀਕ ਜੀ ਕੀ ਜੈ। ਮੈਂ ਬੇਨਤੀ ਕਰ ਰਹੀ ਸੀ ਭਗਵਾਨ ਵਾਲਮੀਕ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਭਗਵਾਨ ਵਾਲਮੀਕ ਜੀ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਹੀ ਉਹਨਾਂ ਦਾ ਗੁਰਪੁਰਬ ਮਨਾਉਣਾ ਆਖਿਆ ਜਾ ਸਕਦਾ। ਮੈਨੂੰ ਸਤਿਗੁਰੂ ਕਬੀਰ ਸਾਹਿਬ ਜੀ ਦੇ ਸ਼ਬਦ ਯਾਦ ਆ ਗਏ। ਆਪਣੀ ਬਾਣੀ ਅੰਦਰ ਉਹਨਾਂ ਨੇ ਜ਼ਿਕਰ ਕੀਤਾ, ਖਾਣਾ ਬਣਾਉਣ ਵਾਲੀ ਬੁੱਕ ਵਿੱਚੋਂ ਰੈਸਪੀ ਦਾ ਸਿਮਰਨ ਕਰਨ ਨਾਲ ਕਿਸੇ ਦਾ ਪੇਟ ਭਰਿਆ ਹੋਇਆ ਨਹੀਂ ਦੇਖਿਆ ਜਾ ਸਕਦਾ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਇਸ ਸਟੇਜ ਤੋਂ ਬੇਨਤੀ ਕਰ ਚੁੱਕੇ ਹਾਂ, ਡਾਕਟਰ ਦੀ ਸਰਜਰੀ ਦੇ ਚੱਕਰ ਕੱਟਣ ਨਾਲ ਕਿਸੇ ਦੀ ਬਿਮਾਰੀ ਠੀਕ ਨਹੀਂ ਹੁੰਦੀ ਦੇਖੀ ਜਾ ਸਕਦੀ। ਸਕੂਲ ਜਾਂ ਕਾਲਜ ਦੀ ਬਿਲਡਿੰਗ ਦੇ ਚੱਕਰ ਕੱਟਣ ਨਾਲ ਕਿਸੇ ਨੂੰ ਡਿਗਰੀਆਂ ਹਾਸਲ ਕਰਦੇ ਨਹੀਂ ਦੇਖਿਆ। ਇਸ ਕਰਕੇ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਅੰਦਰ ਪੁਰਸਾਰਥ ਉੱਪਰ ਜ਼ੋਰ ਦਿੱਤਾ, ਆਪਣੇ ਆਪ ਨੂੰ ਸਵਾਰਨ ਉੱਪਰ ਜ਼ੋਰ ਦਿੱਤਾ, ਮਨ ਦੇ ਵਿਕਾਰਾਂ ਨੂੰ ਛੱਡਣ ਦੀ ਗੱਲ ਉਹਨਾਂ ਨੇ ਆਪਣੀ ਬਾਣੀ ਅੰਦਰ ਕੀਤੀ। ਮਾਲਕ ਦੀ ਭਗਤੀ ਕਰਨ ਦਾ ਉਪਦੇਸ਼ ਉਹਨਾਂ ਨੇ ਸਮੁੱਚੀ ਮਾਨਵਤਾ ਦੀ ਝੋਲੀ ਵਿੱਚ ਪਾਇਆ। ਆਪਾਂ ਆਖ ਸਕਦੇ ਹਾਂ ਕਿ ਭਗਵਾਨ ਵਾਲਮੀਕ ਜੀ ਨੇ ਸਰਬ ਸਾਂਝਾ ਉਪਦੇਸ਼ ਦਿੱਤਾ। ਉਹਨਾਂ ਦੀ ਬਾਣੀ ਨੂੰ ਧਰਮ ਦੀਆਂ ਦੀਵਾਰਾਂ ਅੰਦਰ ਬੰਦ ਕਰਨਾ ਉਹਨਾਂ ਦਾ ਗੁਰਪੁਰਬ ਮਨਾਉਣਾ ਨਹੀਂ ਆਖਿਆ ਜਾ ਸਕਦਾ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਇਸ ਸਟੇਜ ਤੋਂ ਬੇਨਤੀ ਕਰ ਚੁੱਕੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਬਾਣੀ ਹੈ ਉਹ ਕਿਸੇ ਇੱਕ ਕੌਮ ਜਾਂ ਮਜ਼ਹਬ ਦੀ ਜਾਇਦਾਦ ਨਹੀਂ ਆਖੀ ਜਾ ਸਕਦੀ। ਇਸ ਦੇ ਅੰਦਰ ਕੋਈ ਸ਼ਕਤੀਪੂਰਨ ਮਹਾਤਮਾ ਦੀ ਬਾਣੀ ਹੈ ਜੋ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਸਨ। ਜਿਸ ਤਰ੍ਹਾਂ ਪੂਰਬੀ ਬੰਗਾਲ ਦੇ ਜੈਦੇਵ ਜੀ ਦੀ ਬਾਣੀ ਅਤੇ ਪੱਛਮ ਵਿੱਚੋਂ ਸ਼ੇਖ ਫਰੀਦ ਜੀ ਦੀ ਬਾਣੀ, ਪੰਜਾਬ ਵਾਸੀ ਭੱਟਾਂ ਦੀ ਬਾਣੀ ਅਤੇ ਗੁਰੂ ਸਾਹਿਬਾਨ ਦੀ ਸਿੱਧਾਂ ਨਾਲ ਵਾਰਤਾਲਾਪ ਵੀ ਇਸ ਬਾਣੀ ਦਾ ਹਿੱਸਾ ਆਖਿਆ ਜਾ ਸਕਦਾ। ਬਾਣੀ ਆਪਾਂ ਨੂੰ
ਏਕ ਪਿਤਾ ਏਕਸ ਕੇ ਹਮ ਬਾਰਕ ਦਾ ਉਪਦੇਸ਼ ਕਰਦੀ। ਸਤਿਗੁਰੂ ਰਵਿਦਾਸ ਜੀ ਨੇ ਏਕੇ ਮਾਟੀ ਕੇ ਸਭ ਭਾਂਡੇ ਦੇ ਸਿਧਾਂਤ ਨੂੰ ਸਾਡੇ ਸਾਹਮਣੇ ਰੱਖਿਆ। ਗੁਰਮੁਖ ਪਿਆਰਿਓ, ਬਾਣੀ ਦਾ ਉਪਦੇਸ਼ ਮਨੁੱਖੀ ਜਨਮ ਨੂੰ ਸਫਲ ਕਰਨਾ ਆਖਿਆ ਜਾ ਸਕਦਾ। ਮਾਲਕ ਦੇ ਘਰ ਨੂੰ ਜਾਣ ਦੇ ਰਸਤੇ ਉੱਪਰ ਇਨਸਾਨ ਇੱਕ ਪਾਂਧੀ ਹੈ। ਯਾਤਰਾ ਉਸ ਸਮੇਂ ਸਫਲ ਹੋਵੇਗੀ ਜਦੋਂ ਇਹ ਇਨਸਾਨ ਆਪਣੀ ਯਾਤਰਾ ਨੂੰ ਖਤਮ ਕਰ ਲਵੇਗਾ। ਭਾਈ ਉਮਰ ਕਲਿਆਣ ਜੀ ਨੇ ਆਪਣੇ ਸ਼ਬਦ ਅੰਦਰ ਜ਼ਿਕਰ ਕੀਤਾ ਕਿ ਇਸ ਜ਼ਿੰਦਗੀ ਨੂੰ ਸਫਲ ਬਣਾਉਣਾ ਹੀ ਭਗਵਾਨ ਵਾਲਮੀਕ ਜੀ ਦਾ ਗੁਰਪੁਰਬ ਮਨਾਉਣਾ ਹੈ। ਆਪ ਜ਼ਿੰਦਗੀ ਨੂੰ ਸਫਲ ਕਰਨ ਦੇ ਸੰਬੰਧ ਵਿੱਚ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ? ਗੁਰਮੁਖ ਪਿਆਰਿਓ, ਪਿਛਲੇ 2 ਸਤਸੰਗਾਂ ਦੇ ਵਿੱਚ ਆਪਾਂ ਇਸ ਚੀਜ਼ ਦੇ ਬਾਰੇ ਜਿਹੜਾ ਉਹ ਬੇਨਤੀ ਕਰ ਚੁੱਕੇ। ਜਿਸ ਤਰ੍ਹਾਂ ਭੈਣ ਜੀ ਥੋੜਾ ਜਿਹਾ ਇਸ਼ਾਰਾ ਜਿਹੜਾ ਉਹ ਦੇ ਗਏ ਕਿ ਇਨਸਾਨ ਦੇ ਮਨ ਦੀ ਗੱਲ ਆਪਾਂ ਕਹਿ ਲਈਏ। ਮਨ ਦੇ ਅਧੀਨ ਆ ਕੇ ਇਸ ਇਨਸਾਨ ਨੇ ਦੁਬਾਰਾ ਜਿਹੜੀਆਂ ਉਹਨਾਂ ਨੂੰ ਖੜਾ ਕਰਨ ਦੀ ਗੱਲ ਜਿਹੜੀ ਉਹ ਕੀਤੀ। ਜਿਸ ਤਰ੍ਹਾਂ ਆਪਾਂ ਪ੍ਰਗਟ ਦਿਵਸ ਦੀ ਗੱਲ ਕਰ ਲਈਏ, ਪ੍ਰਕਾਸ਼ ਉਤਸਵ ਦੀ ਗੱਲ ਕਰ ਲਈਏ, ਗੁਰਪੁਰਬ ਦੀ ਗੱਲ ਕਰ ਲਈਏ, ਜਾਂ ਫਿਰ ਜਨਮ ਦਿਨ ਦੀ ਆਪਾਂ ਗੱਲ ਕਰ ਲਈਏ, ਵੱਖਰੇ ਵੱਖਰੇ ਲਫ਼ਜ਼ਾਂ ਦੇ ਆਪਾਂ ਦਾਇਰੇ ਦੀ ਆਪਾਂ ਗੱਲ ਕਰ ਸਕਦੇ। ਅਸਲ ਵਿੱਚ ਜਿਹੜੀ ਚੀਜ਼ ਆਪਾਂ ਜਾਣਨਾ ਚਾਹੁੰਦੇ ਜਾਂ ਜਿਸ ਚੀਜ਼ ਨੂੰ ਅਪਣਾ ਕੇ ਆਪਾਂ ਉਸ ਮਾਲਕ ਦੇ ਨਾਲ ਮਿਲਾਪ ਕਰ ਸਕਦੇ, ਉਹ ਹਨ ਹਰੇਕ ਮਹਾਤਮਾ ਦੀ ਬਾਣੀ ਦਾ ਉਪਦੇਸ਼ ਕਹਿ ਲਓ, ਉਹਨਾਂ ਦੀ ਸਿੱਖਿਆਵਾਂ ਕਹਿ ਲਓ, ਜਿਸ ਨੂੰ ਅਪਣਾਉਣ ਦੇ ਨਾਲ ਇਹ ਇਨਸਾਨ ਜਿਹੜਾ ਉਸ ਮਾਲਕ ਦੇ ਨਾਲ ਮਿਲਾਪ ਜਿਹੜਾ ਉਹ ਕਰ ਸਕਦਾ। ਜਿਸ ਤਰ੍ਹਾਂ ਭੈਣ ਜੀ ਥੋੜਾ ਜਿਹਾ ਇਸ਼ਾਰਾ ਦੇ ਗਏ ਕਿ ਵੱਖਰੇ ਵੱਖਰੇ ਮਹਾਤਮਾ ਦੀ ਬਾਣੀ ਲੈਣ ਤੋਂ ਭਾਵ ਕਿ ਵੀ ਜਿਹੜਾ ਉਹਨਾਂ ਦਾ ਜਾਤੀ ਐਕਸਪੀਰੀਅੰਸ ਕਹਿ ਲਓ, ਤਜਰਬਾ ਕਹਿ ਲਓ, ਉਹ ਇੱਕ ਪਲੇਟਫਾਰਮ ਦੇ ਉੱਪਰ ਜਿਹੜਾ ਉਹ ਆਖਿਆ ਜਾ ਸਕਦਾ। ਜਿਸ ਤਰ੍ਹਾਂ ਇਹਨਾਂ ਨੇ ਜ਼ਿਕਰ ਕੀਤਾ ਕਿ ਆਪਾਂ ਕਿਤੇ ਡਾਕਟਰ ਦੇ ਕੋਲ ਜਾਈਏ ਨਾ, ਹੋ ਜਾਈਏ ਬਿਮਾਰ, ਤੇ ਫਿਰ ਡਾਕਟਰ ਆਪਾਂ ਨੂੰ ਦਵਾਈ ਲਿਖ ਕੇ ਦਿੰਦਾ, ਤੇ ਜੇਕਰ ਕੋਈ ਮੇਰੇ ਵਰਗਾ ਇਨਸਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਡਾਕਟਰ ਦੀ ਸਰਜਰੀ ਆ ਨਾ, ਉਸ ਦੇ ਚੱਕਰ ਕੱਟਣੇ ਸ਼ੁਰੂ ਕਰ ਦੇਵੇ, ਤੇ ਫਿਰ ਆਪਾਂ ਇਹ ਗੱਲ ਦਾਅਵੇ ਨਾਲ ਕਹਿ ਸਕਦੇ ਕਿ ਵੀ ਇਸ ਇਨਸਾਨ ਦੀ ਬਿਮਾਰੀ ਜਿਹੜੀ ਆ ਨਾ ਉਹ ਦੂਰ ਨਹੀਂ ਹੋ ਸਕਦੀ। ਖਾਣਾ ਬਣਾਉਣ ਦੀ ਗੱਲ ਜਿਸ ਤਰ੍ਹਾਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਜ਼ਿਕਰ ਕੀਤਾ ਕਿ ਬਾਤੋਂ ਕੇ ਪਕਵਾਨ ਸੇ ਤਾਪਾ ਨਾਹੀ ਕੋਈ। ਤਾਪਾ ਤੋਂ ਭਾਵ ਰਜਣਾ, ਸੰਤੁਸ਼ਟ ਹੋਣਾ, ਸੰਤੋਖ ਮਿਲਣਾ। ਕਹਿੰਦੇ ਖਾਣਾ ਬਣਾਉਣ ਦੀ ਕਿਤਾਬ ਪੜ੍ਹਨ ਦੇ ਨਾਲ ਇਸ ਇਨਸਾਨ ਦੀ ਭੁੱਖ ਜਿਹੜੀ ਆ ਨਾ ਉਹ ਕਦੇ ਦੂਰ ਨਹੀਂ ਹੋ ਸਕਦੀ। ਦੱਸਣ ਤੋਂ ਕੀ ਭਾਵ ਕਿ ਜੋ ਬਾਣੀ ਕਹਿੰਦੀ ਆ ਨਾ, ਜੇਕਰ ਇਹ ਇਨਸਾਨ ਉਸ ਦੇ ਉੱਪਰ ਚੱਲਣ ਦੀ ਕੋਸ਼ਿਸ਼ ਨਹੀਂ ਕਰੇਗਾ ਤੇ ਫਿਰ ਇਸ ਇਨਸਾਨ ਦੀ ਜਿਹੜੀ ਜ਼ਿੰਦਗੀ ਆ ਨਾ ਉਸ ਦੇ ਵਿੱਚ ਤਬਦੀਲੀ ਜਿਹੜੀ ਉਹ ਨਹੀਂ ਆ ਸਕਦੀ। ਅਸਲ ਵਿੱਚ ਇਸ ਨੂੰ ਆਪਾਂ ਇੱਕ ਦੀਵਾਰ ਕਹਿ ਲਈਏ। ਕਿਸ ਨੇ ਕਾਇਮ ਕੀਤੀ? ਇਸ ਇਨਸਾਨ ਦੇ ਮਨ ਨੇ ਜਿਹੜਾ ਇਹ ਦੀਵਾਰ ਖੜੀ ਕਰ ਦਿੱਤੀ ਕਿ ਜਿਨ੍ਹਾਂ ਨੇ ਤਾਂ ਕਹਿਤਾ ਜੀ ਕਿ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ, ਤੇ ਉਹ ਭਗਵਾਨ ਵਾਲਮੀਕ ਜੀ ਦੇ ਹੋ ਗਏ ਜ਼ਿਆਦਾ ਲਾਗੇ, ਤੇ ਜਿਨ੍ਹਾਂ ਨੇ ਇਹ ਕਹਿਤਾ ਕਿ ਭਗਵਾਨ ਵਾਲਮੀਕ ਜੀ ਦਾ ਜਨਮ ਦਿਨ ਆ, ਤੇ ਉਹ ਭਗਵਾਨ ਵਾਲਮੀਕ ਜੀ ਤੋਂ ਜਿਹੜਾ ਉਹ ਦੂਰ ਚਲੇ ਗਏ। ਇਸ ਨੂੰ ਆਪਾਂ ਮਨ ਜਿਹੜਾ ਨਾ ਇਸ ਇਨਸਾਨ ਦਾ, ਉਸ ਦੀ ਆਪਾਂ ਗੱਲ ਕਰ ਸਕਦੇ। ਜਿਸ ਤਰ੍ਹਾਂ ਪਹਿਲੇ ਸਤਸੰਗਾਂ ਵਿੱਚ ਆਪਾਂ ਬੇਨਤੀ ਕਰ ਚੁੱਕੇ ਹਾਂ ਕਿ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਕਿਤੇ ਇਸ ਚੀਜ਼ ਦਾ ਜ਼ਿਕਰ ਨਹੀਂ ਕੀਤਾ ਕਿ ਵੀ ਜਿਹੜੇ ਇਨਸਾਨ ਉਹਨਾਂ ਨੂੰ ਜਨਮ ਦਿਨ ਦੇ ਨਾਲ ਪੁਕਾਰਦੇ ਤੇ ਵੀ ਉਹ ਉਹਨਾਂ ਦੇ ਜ਼ਿਆਦਾ ਨਜ਼ਦੀਕ ਚਲੇ ਗਏ,
ਤੇ ਜਿਹੜੇ ਪ੍ਰਗਟ ਦਿਵਸ ਤੇ ਜਾਂ ਪ੍ਰਕਾਸ਼ ਉਤਸਵ ਕਹਿ ਲਓ ਜਾਂ ਗੁਰਪੁਰਬ ਕਹਿ ਲਓ, ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਤੇ ਉਹ ਇਨਸਾਨ ਜਿਹੜੇ ਉਹ ਉਹਨਾਂ ਤੋਂ ਜਿਹੜਾ ਦੂਰ ਚਲੇ ਗਏ ਜਾਂ ਉਹਨਾਂ ਦੇ ਜਿਹੜਾ ਉਹ ਜ਼ਿਆਦਾ ਨਜ਼ਦੀਕ ਹੋ ਗਏ। ਆਪਾਂ ਗੱਲ ਕਰ ਰਹੇ ਹਾਂ ਮਨ ਦੀ। ਇਹ ਦੀਵਾਰ ਕਿਸਨੇ ਪੈਦਾ ਕੀਤੀ? ਇਸ ਇਨਸਾਨ ਦੇ ਮਨ ਨੇ ਪੈਦਾ ਕੀਤੀ। ਜਦੋਂ ਇਹ ਇਨਸਾਨ ਬਾਣੀ ਦੇ ਉੱਪਰ ਵਿਚਾਰ ਕਰਨ ਦੀ ਕੋਸ਼ਿਸ਼ ਕਰੇਗਾ ਤੇ ਫਿਰ ਇਸ ਇਨਸਾਨ ਦੇ ਮਨ ਦੇ ਉੱਪਰੋਂ ਉਹ ਪਰਦਾ ਜਿਹੜਾ ਉਹ ਲੱਥ ਜਾਵੇਗਾ। ਆਪਾਂ ਬਾਹਰਲੀ ਉਦਾਹਰਨ ਲੈ ਕੇ ਦੇ ਸਕਦੇ, ਇਸ ਨੂੰ ਆਪਾਂ ਦ੍ਰਿਸ਼ਟੀਕੋਣ ਕਹਿ ਲਈਏ, ਸੋਚਣ ਦਾ ਦਾਇਰਾ ਕਹਿ ਲਈਏ, ਇਸ ਇਨਸਾਨ ਦੀ ਬੁੱਧੀ ਕਹਿ ਲਈਏ। ਇੱਕ ਇਨਸਾਨ ਹੋਵੇ ਨਾ ਜੀ ਤੇ ਉਸਨੇ ਲਾਈਆਂ ਹੋਣ ਐਨਕਾਂ ਕਾਲੀਆਂ ਤੇ ਜਾਂ ਕਿਸੇ ਹੋਰ ਰੰਗ ਦੀਆਂ ਐਨਕਾਂ ਲਾਈਆਂ ਹੋਣ ਤੇ ਫਿਰ ਉਹ ਜਿਹੜੀ ਚੀਜ਼ ਨੂੰ ਦੇਖੇਗਾ ਨਾ, ਉਸ ਜਿਹੜਾ ਰੰਗ ਆ ਨਾ ਉਸ ਐਨਕ ਦਾ, ਉਸ ਦੇ ਵਿੱਚੋਂ ਉਸ ਦਾ ਪ੍ਰਤੀਬਿੰਬ ਕਹਿ ਲਓ, ਉਸ ਦਾ ਅਕਸ਼ ਕਹਿ ਲਓ, ਉਸ ਦਾ ਦਾਇਰਾ ਕਹਿ ਲਓ, ਉਸ ਦੇ ਵਿੱਚੋਂ ਦੇਖਿਆ ਜਾ ਸਕਦਾ। ਇਸੇ ਤਰ੍ਹਾਂ ਇਸ ਇਨਸਾਨ ਨੇ ਆਪਣੀਆਂ ਅੱਖਾਂ ਦੇ ਉੱਪਰ ਉਹ ਐਨਕ ਲਗਾਈ ਤੇ ਇੱਕ ਦੀਵਾਰ ਖੜੀ ਕਰ ਦਿੱਤੀ ਕਿ ਆ ਜਨਮ ਦਿਨ ਕਹਿਣ ਵਾਲੇ ਤੇ ਆ ਜਿਹੜੇ ਜੀ ਉਹ ਪ੍ਰਗਟ ਦਿਵਸ ਕਹਿਣ ਵਾਲੇ। ਮਨ ਦੀ ਗੱਲ ਕਰਦੇ ਹੋਏ ਆਪਾਂ ਜਿਹੜੀ ਉਹ ਵਿਚਾਰ ਕਰਾਂਗੇ ਕਿ ਮਹਾਤਮਾ ਨੇ ਇਸ ਇਨਸਾਨ ਦੇ ਮਨ ਨੂੰ ਸਮਝਾਉਣ ਦੇ ਲਈ, ਮਨ ਦੇ ਦਾਇਰੇ ਤੋਂ ਉੱਪਰ ਜਾਣ ਦੇ ਲਈ, ਇਸ ਮਨ ਦੀ ਮਤ ਜਿਹੜੀ ਉਸ ਨੂੰ ਤਿਆਗਣ ਦੇ ਲਈ ਆਪਣੀ ਬਾਣੀ ਦੇ ਅੰਦਰ ਜਿਹੜਾ ਉਹ ਜ਼ਿਕਰ ਕੀਤਾ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਇੱਕ ਕੜੀ ਲਿਖੀ ਜੀ, ਕਹਿੰਦੇ ਮਨ ਕੀ ਮਤ ਤੇ ਆਗੋ ਹਰ ਜਨ। ਕਹਿੰਦੇ ਐ ਹਰੀ ਦੇ ਪਿਆਰਿਓ, ਐ ਮਾਲਕ ਦੇ ਪਿਆਰਿਓ, ਕਿਉਂਕਿ ਮਹਾਤਮਾ ਦੀ ਨਿਮਰਤਾ ਦੇਖੋ, ਉਹ ਸਾਨੂੰ ਹਰਜਨ ਕਹਿ ਕੇ ਬਿਆਨ ਕਰ ਰਿਹਾ ਹੈ, ਆਮ ਇਨਸਾਨਾਂ ਤੋਂ ਉੱਪਰ ਦੀ ਗੱਲ ਕਰ ਰਿਹਾ ਹੈ। ਕਹਿੰਦੇ ਕਿਉਂਕਿ ਤੁਸੀਂ ਵੀ ਉਸ ਮਾਲਕ ਵਰਗੇ ਹੋ, ਇਸ ਕਰਕੇ ਚੌਥੇ ਪਾਤਸ਼ਾਹ ਮਹਾਰਾਜ ਜੀ ਨੇ ਹਰ ਜਨ ਲਫ਼ਜ਼ ਜਿਹੜਾ ਉਹ ਵਰਤਿਆ। ਕੀ ਫਰਮਾਇਆ? ਕਹਿੰਦੇ ਮਨ ਕੀ ਮਤ ਤੇ ਆਗੋ ਹਰਜਨ, ਇਹਾ ਬਾਤ ਕੁਠੈਨੀ। ਕੁਠੈਣੀ ਤੋਂ ਭਾਵ ਕਠਨ। ਕਹਿੰਦੇ ਅਸਲ ਵਿੱਚ ਇਹ ਗੱਲ ਕਠਨ ਆ। ਕਿਉਂ? ਕਿ ਇਹ ਇਨਸਾਨ ਆਪਣੇ ਮਨ ਦੀ ਮਤ ਜਿਹੜੀ ਉਸ ਨੂੰ ਛੱਡਣ ਵਾਸਤੇ ਤਿਆਰ ਜਿਹੜਾ ਉਹ ਨਹੀਂ ਹੋਵੇਗਾ। ਜਿਸ ਤਰ੍ਹਾਂ ਆਪਾਂ ਈਗੋ ਦੀ ਗੱਲ ਕਰ ਲਈਏ, ਹੰਕਾਰ ਦੀ ਗੱਲ ਕਰ ਲਈਏ, ਜਿਨ੍ਹਾਂ ਇਨਸਾਨਾਂ ਨੇ ਉਸ ਨੂੰ ਜਨਮ ਦਿਨ ਦੇ ਨਾਮ ਨਾਲ ਪੁਕਾਰਿਆ, ਕਿਉਂਕਿ ਉਹ ਉੱਥੇ ਖੜੇ, ਉਹਨਾਂ ਦੀ ਈਗੋ ਉੱਥੇ ਖੜੀ, ਉਹ ਥੱਲੇ ਨਹੀਂ ਆਵੇਗੀ। ਜਿਨ੍ਹਾਂ ਇਨਸਾਨਾਂ ਨੇ ਪ੍ਰਗਟ ਦਿਵਸ ਦੀ ਗੱਲ ਕੀਤੀ, ਉਹਨਾਂ ਦੀ ਈਗੋ ਉੱਥੇ ਖੜੀ, ਥੱਲੇ ਨਹੀਂ ਆਵੇਗੀ। ਇਸ ਕਰਕੇ ਜਿੰਨਾ ਚਿਰ ਇਹ ਇਨਸਾਨ ਮਨ ਦੇ ਨਾਲ ਵਿਚਾਰ ਨਹੀਂ ਕਰੇਗਾ, ਖੁੱਲੇ ਦਿਲ ਨਾਲ ਵਿਚਾਰ ਨਹੀਂ ਕਰੇਗਾ, ਇਸ ਬਾਣੀ ਦੀ ਸਮਝ ਜਿਹੜੀ ਉਹ ਕਦੇ ਆ ਹੀ ਨਹੀਂ ਸਕਦੀ। ਮਨ ਦੀ ਗੱਲ ਕਰਦੇ ਹਾਂ ਆਪਾਂ, ਕੋਈ 3 ਪ੍ਰਮਾਣ ਜਿਹੜੇ ਉਹ ਬਾਣੀ ਦੇ ਵਿੱਚੋਂ ਲੱਭਾਂਗੇ ਕਿ ਇਸ ਇਨਸਾਨ ਨੇ ਮਨ ਦੀ ਦੀਵਾਰ ਜਿਹੜੀ ਉਹ ਕਿਸ ਤਰੀਕੇ ਨਾਲ ਖੜੀ ਕੀਤੀ। 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਇਸ ਮਨ ਦੀ ਗੱਲ ਕਰਦੇ ਹੋਏ ਇੱਕ ਜਗ੍ਹਾ ਤੇ ਲਿਖਿਆ ਜੀ, ਕਹਿੰਦੇ ਮਨ ਮੂਰਖ ਅਜ ਹੁਣ ਨਾ ਸਮਝਤ, ਸਿੱਖ ਦੇ ਹਾਰਿਓ ਨੀਤ। ਸਿੱਖ ਦੇ ਹਾਰਿਓ ਨੀਤ ਤੋਂ ਭਾਵ ਕਹਿੰਦੇ ਮੈਂ ਸਿੱਖਿਆ ਦੇ ਦੇ ਕੇ ਥੱਕ ਗਿਆ। ਕਹਿੰਦੇ ਹਰ ਰੋਜ਼ ਮੈਂ ਇਹ ਗੱਲ ਆਖ ਰਿਹਾ, ਲੇਕਿਨ ਕੋਈ ਗੱਲ ਕਹਿੰਦੇ ਮੇਰੀ ਮੰਨਣ ਲਈ ਤਿਆਰ ਨਹੀਂ। ਕੁੱਲ ਮਾਲਕ ਅਕਾਲ ਪੁਰਖ ਦਾ ਸਾਕਾਰ ਰੂਪ ਹੁੰਦੇ ਹੋਏ 9ਵੇਂ ਪਾਤਸ਼ਾਹ ਮਹਾਰਾਜ ਜੀ ਨੇ ਆ ਚੀਜ਼ ਜਿਹੜੀ ਇਸ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ। ਮੈਂ ਥੋੜੀ ਜਿਹੀ ਹੋਰ ਬੇਨਤੀ ਕਰਾਂ। ਕਈ ਵਾਰੀ ਆਪਾਂ ਵੈਸੇ ਇਹੋ ਜਿਹੀ ਵਿਚਾਰ 'ਚ ਪੈ ਜਾਂਦੇ ਆ ਜੀ ਕਿ ਗੁਰੂ ਸਾਹਿਬਾਨ ਨੇ ਇਹੋ ਜਿਹੀ ਗੱਲ ਜਿਹੜੀ ਉਹ ਗੁਰਬਾਣੀ 'ਚ ਲਿਖੀ ਆ, ਜਾਂ ਜਿਹੜੇ ਸਪੀਕਰ ਆ ਉਹ ਆਪਣੇ ਕੋਲੋਂ ਉਹ ਗੱਲ ਜਿਹੜੀ ਉਹ ਕਹਿ ਰਹੇ। ਕਿਤੇ ਕਿਤੇ ਮਹਾਤਮਾ ਨੇ ਸਾਡੇ ਲੈਵਲ ਤੇ ਆ ਕੇ ਉਸ ਚੀਜ਼ ਨੂੰ ਸਾਨੂੰ ਸਮਝਾਉਣ ਦੇ ਲਈ ਗੱਲ ਕੀਤੀ। 2 ਸ਼ਬਦ ਜਿਹੜੇ 9ਵੇਂ ਪਾਤਸ਼ਾਹ ਮਹਾਰਾਜ ਜੀ ਦੇ ਬਾਣੀ ਦੇ ਅੰਦਰ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਜੀ, ਵੈਸੇ ਥੋੜੇ ਜਿਹੇ ਸਖਤ ਲਫ਼ਜ਼ ਆਪਾਂ ਕਹਿ ਲਈਏ, ਲੇਕਿਨ ਜੋ ਬਾਣੀ 'ਚ ਲਿਖਿਆ ਉਹਨੂੰ ਆਪਾਂ ਅੱਖਾਂ ਤੋਂ ਓਲੇ ਨਹੀਂ ਕਰ ਸਕਦੇ। 9ਵੇਂ ਪਾਤਸ਼ਾਹ ਜਿਸ ਤਰ੍ਹਾਂ ਆਪਾਂ ਕਿਸੇ ਨੂੰ ਕਹਿ ਦਈਏ ਨਾ ਕਿ ਜੀ ਜਿੱਦਾਂ ਡੌਗਸ ਟੇਲ ਆਪਾਂ ਕਹਿ ਦਿੰਦੇ, ਕੁੱਤੇ ਦੀ ਪੂਛ ਆਪਾਂ ਕਹਿ ਦਿੰਦੇ, ਵੈਸੇ ਗਾਲ ਆ, ਕਹਿੰਦੇ ਉਹ ਸਿੱਧੀ ਨਹੀਂ ਹੋ ਸਕਦੀ। ਭਾਵ ਇਸ ਮਨ ਦੀ ਗੱਲ ਕਰਦੇ ਹੋਏ 9ਵੇਂ ਪਾਤਸ਼ਾਹ ਮਹਾਰਾਜ ਜੀ ਨੇ ਕੀ ਜ਼ਿਕਰ ਕੀਤਾ? ਸੋਰਠ ਰਾਗ ਦੇ ਅੰਦਰ 633 ਪੇਜ ਦੇ ਉੱਪਰ ਉਹਨਾਂ ਨੇ ਵਰਣਨ ਕੀਤਾ ਜੀ, ਕਹਿੰਦੇ ਸਵਾਨ ਪੂਛ
ਜਿਉ ਭਿਓ ਨਾ ਸੂਦੋ, ਸੂਦੋ ਤੋਂ ਭਾਵ ਸਿੱਧੇ ਹੋਣਾ। ਕਹਿੰਦੇ ਕੁੱਤੇ ਦੀ ਪੂਛ ਜਿਹੜੀ ਆ ਨਾ ਉਹ ਕਦੇ ਸਿੱਧੀ ਨਹੀਂ ਹੋ ਸਕਦੀ। ਸਵਾਨ ਪੂਛ ਜਿਉ ਭਿਓ ਨਾ ਸੂਦੋ, ਬਹੁਤ ਯਤਨ ਮੈਂ ਕੀਨੋ, ਨਾਨਕ ਲਾਜ ਬਿਰਦ ਕੀ ਰੱਖੋ, ਨਾਮ ਤੁਹਾਰਾ ਲੀਨ। ਕਹਿੰਦੇ ਐ ਮਾਲਕ, ਕਹਿੰਦੇ ਲਾਜ ਰੱਖ ਲਈ, ਲੇਕਿਨ ਕਹਿੰਦੇ ਮਨ ਦੀ ਮਾਰ ਤੋਂ ਸਾਰੀ ਦੁਨੀਆ ਜਿਹੜੀ ਆਪਣੇ ਆਪ ਨੂੰ ਜਿਹੜਾ ਉਹ ਨਹੀਂ ਬਚਾ ਸਕੀ। ਇੱਕ ਸ਼ਬਦ ਹੋਰ ਨਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਚੀਜ਼ ਦੇ ਪ੍ਰਤੀ ਲਿਖਿਆ, ਲੇਕਿਨ ਸਮਾਂ ਜਿਹੜਾ ਉਹ ਆਪਣੀ ਰਫ਼ਤਾਰ ਨਾਲ ਤੁਰਿਆ ਜਾ ਰਿਹਾ। ਆਪਾਂ ਇੱਕ ਦੋ ਪ੍ਰਮਾਣ ਜਿਹੜੇ ਸ਼ੇਖ ਫਰੀਦ ਜੀ ਦੇ ਲਵਾਂਗੇ। ਸ਼ੇਖ ਫਰੀਦ ਜੀ ਨੇ ਆਪਣੀ ਬਾਣੀ ਅੰਦਰ ਇਸ ਮਨ ਦੀ ਗੱਲ ਕਰਦੇ ਹੋਏ ਇੱਕ ਜਗ੍ਹਾ ਤੇ ਲਿਖਿਆ ਜੀ, ਫਰੀਦਾ ਕੋ ਕਹਿੰਦਿਆਂ ਚੰਗੇਂਦਿਆਂ ਮੱਤੀ ਦਿੰਦੇ ਆ ਨਿਤ। ਕਹਿੰਦੇ ਹਰ ਰੋਜ਼ ਮੈਂ ਮੱਤ ਦੇ ਰਿਹਾ, ਉੱਚੀ ਉੱਚੀ ਪੁਕਾਰ ਕੇ ਕਹਿ ਰਿਹਾ। ਕੋ ਕਹਿੰਦਿਆਂ ਤੋਂ ਭਾਵ ਕੂਕਣਾ, ਉੱਚੀ ਆਵਾਜ਼ ਦੇ ਕੇ ਕਹਿ ਰਿਹਾ। ਸ਼ੇਖ ਫਰੀਦ ਜੀ ਦੱਸ ਰਿਹਾ, ਫਰੀਦਾ ਕੋ ਕਹਿੰਦਿਆਂ ਚੰਗੇਂਦਿਆਂ ਮੱਤੀ ਦਿੰਦੇ ਆ ਨਿਤ, ਜੋ ਸ਼ੈਤਾਨ ਵੰਜਾਇਆ। ਮੁਸਲਮਾਨ ਘਰਾਣੇ ਚੋਂ ਸਨ, ਕਿਉਂਕਿ ਜਿਸ ਤਰ੍ਹਾਂ ਕਾਲ ਭਗਵਾਨ ਦੀ ਅੰਸ਼ ਜਿਹੜਾ ਉਸ ਨੂੰ ਆਪਾਂ ਮਨ ਕਹਿੰਦੇ, ਇਸੇ ਤਰ੍ਹਾਂ ਮੁਸਲਮਾਨੀ ਧਾਰਮਿਕ ਗ੍ਰੰਥਾਂ ਦੇ ਅੰਦਰ ਇਹ ਜਿਹੜਾ ਸ਼ੈਤਾਨ ਦੀ ਗੱਲ ਕਰ ਰਿਹਾ ਨਾ, ਉਹਨਾਂ ਨੇ ਉਸ ਚੀਜ਼ ਨੂੰ ਉਥੋਂ ਲੈ ਕੇ ਆਂਦਾ। ਕਹਿੰਦੇ ਜੋ ਸ਼ੈਤਾਨ ਵੰਜਾਇਆ, ਵੰਜਾਇਆ ਤੋਂ ਭਾਵ ਖੁੰਝ ਜਾਣਾ, ਰਸਤੇ ਦੇ ਉੱਪਰੋਂ ਕਿਸੇ ਨੂੰ ਮੋੜ ਦੇਣਾ, ਉਸ ਨੂੰ ਵੰਜਾਉਣਾ ਆਖਿਆ ਉਹਨਾਂ ਨੇ। ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰੇ ਚਿਤ, ਚਿਤ ਤੋਂ ਭਾਵ ਮਨ। ਕਹਿੰਦੇ ਇਸ ਇਨਸਾਨ ਦਾ ਮਨ ਜਿਹੜਾ ਉਹ ਕਹਿੰਦੇ ਇਸ ਚੀਜ਼ ਨੂੰ ਜਿਹੜਾ ਉਹ ਮੰਨਣ ਦੇ ਹੀ ਤਿਆਰ ਨਹੀਂ। ਆਪਾਂ ਥੋੜੀ ਜਿਹੀ ਬੈਕਗ੍ਰਾਉਂਡ ਦੇ ਉੱਪਰ ਇਸ ਚੀਜ਼ ਦੇ ਪ੍ਰਤੀ ਜਾਵਾਂਗੇ, ਕਿਉਂਕਿ ਅੱਜ ਆਪਣਾ ਜਿਹੜਾ ਸਬਜੈਕਟ ਕਹਿ ਲਓ, ਟੌਪਿਕ ਕਹਿ ਲਓ, ਜਿਸ ਚੀਜ਼ ਦੇ ਉੱਪਰ ਆਪਾਂ ਗੱਲ ਕਰ ਰਹੇ ਹਾਂ, ਜਨਮ ਦਿਨ ਦੇ ਸੰਬੰਧ ਵਿੱਚ ਔਰ ਪ੍ਰਗਟ ਦਿਵਸ ਦੇ ਸੰਬੰਧ ਵਿੱਚ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਪਾਂ ਗੱਲ ਕਰ ਲੈਂਦੇ, ਜਿਸ ਨੂੰ ਮੱਧਕਾਲ ਕਹਿੰਦੇ, ਕੋਈ 14ਵੀਂ 15ਵੀਂ ਸਦੀ ਦੇ ਵਿੱਚ। ਅੱਜ ਤੱਕ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਦਿਨ ਹੈ ਨਾ, ਉਸ ਦੇ ਬਾਰੇ ਇਤਿਹਾਸਕਾਰਾਂ ਦੇ ਅੰਦਰ ਜਿਹੜਾ ਮਤਭੇਦ ਆਖਿਆ ਜਾ ਸਕਦਾ। ਕੱਤਕ ਕੇ ਵਿਸਾਖ ਜਿਹੜੀ ਇੱਕ ਬੁੱਕ ਆ, ਉਸ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਦਿਨ ਆ ਉਹ ਕੱਤੇ ਦੇ ਵਿੱਚ ਸੀ ਤੇ ਜਾਂ ਫਿਰ ਜਿਹੜਾ ਉਹ ਵਿਸਾਖ ਦੇ ਵਿੱਚ ਸੀ। ਇੱਕ ਪ੍ਰਮਾਣ ਆਪਾਂ ਇੱਥੋਂ ਲਵਾਂਗੇ। ਦੂਸਰਾ ਪ੍ਰਮਾਣ ਆਪਾਂ ਲਵਾਂਗੇ ਸਤਿਗੁਰੂ ਰਵਿਦਾਸ ਜੀ ਦੇ ਜਨਮ ਦਿਨ ਦੇ ਸੰਬੰਧ ਦੇ ਵਿੱਚ। ਕਿਸੇ ਬੁੱਕ ਦੇ ਅੰਦਰ ਸਤਿਗੁਰੂ ਰਵਿਦਾਸ ਜੀ ਨੇ ਆਪਣੇ ਜਨਮ ਦੇ ਸੰਬੰਧ ਦੇ ਵਿੱਚ ਕਿਤੇ ਜ਼ਿਕਰ ਜਿਹੜਾ ਉਹ ਨਹੀਂ ਕੀਤਾ। ਇਤਿਹਾਸਕਾਰਾਂ ਦੇ ਅੰਦਰ ਆਪਾਂ ਆਖ ਸਕਦੇ ਕਿ ਮਤਭੇਦ ਜਿਹੜਾ ਉਹ ਆਖਿਆ ਜਾ ਸਕਦਾ। ਮਹਾਤਮਾ ਰਾਮਚਰਨ ਕੁਰੀਲ ਜੀ ਇੱਕ ਹੋਏ ਜੀ, ਉਹਨਾਂ ਨੇ ਇੱਕ ਬੁੱਕ ਲਿਖੀ ਔਰ ਉਸ ਬੁੱਕ ਦੇ ਵਿੱਚ ਆ ਜਿਹੜਾ ਆਪਾਂ 14 ਫਰਵਰੀ 1414 ਦੀ ਆਪਾਂ ਗੱਲ ਕਰਦੇ ਹਾਂ ਨਾ, ਸਤਿਗੁਰੂ ਰਵਿਦਾਸ ਜੀ ਦੇ ਜਨਮ ਦੇ ਸੰਬੰਧ ਦੇ ਵਿੱਚ ਉਸ ਚੀਜ਼ ਜਿਹੜੀ ਉਸ ਨੂੰ ਮੰਨਿਆ ਗਿਆ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੇ ਜਨਮ ਦੀ ਆਪਾਂ ਗੱਲ ਕਰ ਲਈਏ, ਕਿਸੇ ਇਤਿਹਾਸਕਾਰ ਨੇ ਅੱਜ ਤੱਕ ਇਹ ਚੀਜ਼ ਬਾਰੇ ਨਹੀਂ ਲਿਖਿਆ ਕਿ ਉਹਨਾਂ ਦੇ ਮਾਤਾ ਪਿਤਾ ਜਿਹੜੇ ਉਹ ਕੌਣ ਸਨ ਅਤੇ ਉਹਨਾਂ ਦਾ ਜਨਮ ਜਿਹੜਾ ਉਹ ਕਦੋਂ ਹੋਇਆ। ਤੇ ਆ ਕ੍ਰਿਸਮਸ ਦਾ ਤਿਉਹਾਰ ਆ ਰਿਹਾ ਤੇ ਇੱਥੇ ਵੀ ਮਤਭੇਦ ਆ ਕਿ ਜਿਹੜੇ ਜੀਸਸ ਕ੍ਰਾਈਸਟ ਸਨ ਉਹਨਾਂ ਦਾ ਜਨਮ 25 ਦਸੰਬਰ ਨੂੰ ਹੋਇਆ ਤੇ ਜਾਂ ਫਿਰ ਜਿਹੜਾ ਉਹ ਨਹੀਂ। ਆਪਾਂ ਗੱਲ ਕਰ ਰਹੇ ਹਾਂ ਭਗਵਾਨ ਵਾਲਮੀਕ ਜੀ ਦੇ ਜਨਮ ਦਿਵਸ ਦੇ ਸੰਬੰਧ ਦੇ ਵਿੱਚ। ਤ੍ਰੇਤਾ ਯੁੱਗ ਦੀ ਗੱਲ ਕਰ ਰਹੇ ਹਾਂ ਤੇ ਆ ਪੰਡਿਤ ਬਖਸ਼ੀ ਰਾਮ ਜਿਨ੍ਹਾਂ ਦੀ ਇੱਕ ਬੜੀ ਵੱਡੀ ਦੇਣ ਆ ਨਾ, ਜੇਕਰ ਆਪਾਂ ਉਹਨਾਂ ਦੀਆਂ ਬੁੱਕਾਂ ਦੇ ਵਿੱਚੋਂ ਇਸ ਚੀਜ਼ ਨੂੰ ਪੜ੍ਹ ਕੇ ਵੇਖੀਏ ਤੇ ਆ ਜਿਹੜਾ ਉਹਨਾਂ ਦਾ ਆਪਾਂ ਜਨਮ ਦਿਨ ਮਨਾ ਰਹੇ ਹਾਂ ਨਾ ਭਗਵਾਨ ਵਾਲਮੀਕ ਜੀ ਦਾ, ਸਿਰਫ ਪੰਡਿਤ ਬਖਸ਼ੀ ਰਾਮ ਜੀ ਜਿਹੜੇ ਹੋਏ ਉਹਨਾਂ ਨੇ ਆਪਣੀਆਂ ਜਿਹੜੀਆਂ ਬੁੱਕਾਂ ਉਹਨਾਂ ਦੇ ਅੰਦਰ ਜਿਹੜਾ ਉਸ ਚੀਜ਼ ਦਾ ਜਿਹੜਾ ਉਹ ਜ਼ਿਕਰ ਕੀਤਾ। ਦੱਸਣ ਤੋਂ ਕੀ ਭਾਵ, ਵੱਖਰੇ ਵੱਖਰੇ ਇਤਿਹਾਸਕਾਰਾਂ ਦੀ ਆਪਾਂ ਗੱਲ ਕਰ ਲਈਏ, ਵੱਖਰੇ ਵੱਖਰੇ ਵਿਦਵਾਨਾਂ ਦੀ ਆਪਾਂ ਗੱਲ ਕਰ ਲਈਏ, ਲੇਕਿਨ ਇਸ ਇਨਸਾਨ ਦਾ ਮਨ ਜਿਹੜਾ ਨਾ ਉਹ ਉਸ ਚੀਜ਼ ਨੂੰ ਮੰਨਣ ਦੇ ਲਈ ਉਹ ਤਿਆਰ ਹੀ ਨਹੀਂ, ਕਿਉਂਕਿ ਮਾਰਕੀਟ ਨਹੀਂ। ਆ ਮਾਰਕੀਟ ਦੀ ਆਪਾਂ ਗੱਲ ਕਰ ਰਹੇ ਹਾਂ। ਦੁਨੀਆ ਦਾ ਮੀਡੀਆ ਜਿਹੜਾ, ਕਿਉਂਕਿ ਮੀਡੀਆ ਦਾ ਯੁੱਗ ਹੈਗਾ, ਜੇਕਰ ਆਪਾਂ ਫੇਸਬੁੱਕ ਤੇ ਜਾ ਕੇ ਵੇਖੀਏ, YouTube ਦੇ ਉੱਪਰ ਜਾ ਕੇ ਵੇਖੀਏ ਜਾਂ ਹੋਰ ਕਿਸੇ ਮੀਡੀਆ ਦੀ ਆਪਾਂ ਗੱਲ ਕਰ ਲਈਏ, ਲੇਕਿਨ ਹੋਇਆ ਕਿ ਵਾਦ ਵਿਵਾਦ ਖੜਾ ਕਰ ਦਿੱਤਾ ਜਨਮ ਦਿਨ ਦੇ ਸੰਬੰਧ ਦੇ ਵਿੱਚ ਅਤੇ ਪ੍ਰਗਟ ਦੇ ਵਿੱਚ ਜਿਹੜਾ ਉਸ ਦੇ ਸੰਬੰਧ ਦੇ ਵਿੱਚ।
ਆਪਾਂ ਲੱਭਣਾ ਕੀ ਸੀ, ਕਿਉਂਕਿ ਮਾਰਕੀਟ ਨਹੀਂ, ਮਾਰਕੀਟ ਉਹਨਾਂ ਲੋਕਾਂ ਦੀ ਔਰ ਉਹਨਾਂ ਲੋਕਾਂ ਦੇ ਵਿੱਚ ਉਹ ਜਿਹੜੀ ਉਹ ਗੱਲ ਚੱਲ ਰਹੀ। ਲੇਕਿਨ ਆਪਾਂ ਗੱਲ ਕਰ ਰਹੇ ਹਾਂ ਭਗਵਾਨ ਵਾਲਮੀਕ ਜੀ ਦੀਆਂ ਸਿੱਖਿਆਵਾਂ ਦੀ। ਜੇਕਰ ਉਸ ਦੀ ਬਾਣੀ ਚੋਂ ਸਿੱਖਿਆ ਹੀ ਨਹੀਂ ਲਈ ਤੇ ਫਿਰ ਇਸ ਇਨਸਾਨ ਦਾ ਮਨ ਜਿਹੜਾ ਨਾ ਉਹ ਬਦਲ ਨਹੀਂ ਸਕਦਾ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਦ੍ਰਿਸ਼ਟਾਂਤ ਦਿੱਤਾ ਜੀ, ਬੜੇ ਕਮਾਲ ਦਾ ਸ਼ਬਦ ਉਹਨਾਂ ਨੇ ਲਿਖਿਆ। ਕਹਿੰਦੇ RAM ਪਦਾਰਥ ਪਾਏ ਕੇ, ਕਹਿੰਦੇ RAM ਦੇ ਨਾਮ ਦਾ ਪਦਾਰਥ ਪਾ ਕੇ, ਭਾਵ ਉਸ ਵਸਤੂ ਨੂੰ ਪ੍ਰਾਪਤ ਕਰਕੇ ਜਿਸ ਚੀਜ਼ ਬਾਰੇ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਜਿਹੜੀ ਉਸ ਦੇ ਅੰਦਰ ਉਹਨਾਂ ਨੇ ਜ਼ਿਕਰ ਕੀਤਾ। ਕੀ ਫਰਮਾਇਆ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ? ਕਹਿੰਦੇ RAM ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। ਉਹ ਕਹਿੰਦੇ ਉਹ ਭਰਾਵਾ ਉਸ ਵਸਤੂ ਨੂੰ ਪ੍ਰਾਪਤ ਕਰਕੇ ਉਸ ਦੀ ਗੰਢ ਨਾ ਖੋਲ। ਕਿਉਂ ਨਾ ਖੋਲ? ਅਗਲੀ ਅੱਧੀ ਕੜੀ ਵਿੱਚ ਫਰਮਾਇਆ, ਕਹਿੰਦੇ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ। ਪਟਣ ਕਹਿੰਦੇ ਬਾਜ਼ਾਰ ਨੂੰ, ਪਾਰਖੂ ਕਹਿੰਦੇ ਕਿਸੇ ਚੀਜ਼ ਦੀ ਪਰਖ ਕਰਨ ਵਾਲੇ ਨੂੰ, ਗਾਹਕ ਆਪਾਂ ਪਤਾ ਜਿਸ ਤਰ੍ਹਾਂ ਆਪਾਂ ਕਸਟਮਰ ਦੀ ਗੱਲ ਕਰਦੇ ਹਾਂ, ਤੇ ਮੋਲ ਉਸ ਚੀਜ਼ ਦੀ ਜਿਹੜੀ ਉਹ ਕੀਮਤ ਦੇਣੀ। ਆਪਾਂ ਗੱਲ ਕਰ ਰਹੇ, ਮੈਂ ਬੇਨਤੀ ਕਰ ਰਿਹਾ ਮੀਡੀਆ ਦੇ ਵਿੱਚ ਜੇਕਰ ਆਪਾਂ ਵੇਖੀਏ ਤੇ ਮਾਰਕੀਟ ਜਿਹੜੀ ਆ ਨਾ ਅੱਜ ਚੱਲ ਰਹੀ ਉਹ ਇਸੇ ਚੀਜ਼ ਦੇ ਪ੍ਰਤੀ ਚੱਲ ਰਹੀ, ਉਹਨਾਂ ਦੇ ਜਨਮ ਦਿਨ ਦੇ ਸੰਬੰਧ ਵਿੱਚ ਤੇ ਉਹਨਾਂ ਦੇ ਪ੍ਰਗਟ ਦਿਵਸ ਦੇ ਸੰਬੰਧ ਦੇ ਵਿੱਚ। ਲੇਕਿਨ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੇ ਦੱਸਣ ਦੇ ਅਨੁਸਾਰ ਕਹਿੰਦੇ ਮੇਰੇ ਕੋਲ ਇੱਕ ਹੀਰਾ, ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਮੈਂ ਇਹ ਗੱਲ ਚਾਹੁੰਦਾ ਕਿ ਉਹ ਹੀਰਾ ਸਾਰਿਆਂ ਦੇ ਕੋਲ ਹੀ ਹੋਵੇ, ਭਾਵ ਉਸ ਦੀ ਕੀਮਤ ਜਿਹੜੀ ਉਹ ਸਾਰਿਆਂ ਨੂੰ ਉਸ ਚੀਜ਼ ਦਾ ਪਤਾ ਲੱਗ ਸਕੇ। ਲੇਕਿਨ ਕਹਿੰਦੇ ਅਫਸੋਸ ਇਸ ਗੱਲ ਦਾ, ਕਹਿੰਦੇ ਨਹੀਂ ਪਟਣ, ਕਹਿੰਦੇ ਮਾਰਕੀਟ ਨਹੀਂ, ਕਹਿੰਦੇ ਮਾਰਕੀਟ ਵਿੱਚ ਕਿਹੜੀ ਚੀਜ਼ ਵਿਕ ਰਹੀ, ਕਹਿੰਦੇ ਜਿਸ ਤਰ੍ਹਾਂ ਆਪਾਂ ਫਰੂਟ ਦੀ ਗੱਲ ਕਰ ਸਕਦੇ, ਕੱਪੜੇ ਦੀ ਗੱਲ ਕਰ ਸਕਦੇ, ਲੱਕੜ ਦੀ ਗੱਲ ਕਰ ਸਕਦੇ, ਕੋਇਲੇ ਦੀ ਗੱਲ ਕਰ ਸਕਦੇ, ਜਾਂ ਹੋਰ ਚੀਜ਼ਾਂ ਜਿਹੜੀਆਂ ਉਸ ਮਾਰਕੀਟ ਦੇ ਵਿੱਚ ਮਿਲ ਰਹੀਆਂ, ਆਪਾਂ ਉਸ ਨੂੰ ਕੰਪੇਅਰ ਕਰਾਂਗੇ। ਮਾਰਕੀਟ ਦੇ ਵਿੱਚ ਅੱਜ ਕੀ ਵਿਕ ਰਿਹਾ? ਭਗਵਾਨ ਵਾਲਮੀਕ ਜੀ ਦਾ ਜਨਮ ਦਿਨ ਆ, ਇਥੋਂ ਤੱਕ ਕਿ ਭਗਵਾਨ ਵਾਲਮੀਕ ਨੂੰ ਵਾਲਮੀਕੀ ਲਿਖਣਾ ਸ਼ੁਰੂ ਕਰ ਦਿੱਤਾ। ਹਾਲੇ ਕਿ ਕਿਸੇ ਗ੍ਰੰਥ ਵਿੱਚ ਇਸ ਚੀਜ਼ ਦਾ ਇਸ਼ਾਰਾ ਨਹੀਂ ਮਿਲੇਗਾ। ਸਕੰਦ ਪੁਰਾਣ ਦੇ ਵਿੱਚ ਸਭ ਤੋਂ ਪਹਿਲਾਂ ਇਸ ਚੀਜ਼ ਦੇ ਪ੍ਰਤੀ ਜ਼ਿਕਰ ਆਇਆ, ਲਫ਼ਜ਼ ਆ ਵਾਲਮੀਕ, ਕਿਉਂਕਿ ਉੱਥੇ ਜਿਹੜੀ ਸਿਹਾਰੀ ਆ ਉਸ ਦੀ ਆਵਾਜ਼ ਨਹੀਂ। ਲੇਕਿਨ ਅਸੀਂ ਵਾਲਮੀਕ ਤੋਂ ਵਾਲਮੀਕੀ ਬਣਾਉਣਾ ਸ਼ੁਰੂ ਕਰ ਦਿੱਤਾ। ਇਹ ਕਿਸ ਨੇ ਬਣਾਇਆ? ਇਸ ਦੀ ਜਿਹੜੀ ਮਾਰਕੀਟ ਆ ਇਹ ਉਸਨੇ ਬਣਾਇਆ ਜੋ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਉਸ ਪ੍ਰਤੀ ਦੱਸ ਰਿਹਾ। ਕਹਿੰਦੇ ਨਹੀਂ ਪਟਣ ਨਹੀਂ ਪਾਰਖੂ, ਕਹਿੰਦੇ ਫਿਰ ਵੀ ਮੈਂ ਉਹ ਚੀਜ਼ ਜਿਹੜੀ ਉਹ ਵੇਚ ਰਿਹਾ, ਲੇਕਿਨ ਕਹਿੰਦੇ ਪਾਰਖੂ ਨਹੀਂ, ਕਿਸੇ ਇਨਸਾਨ ਨੂੰ ਸੋਝੀ ਨਹੀਂ, ਉਹ ਪਰਖ ਕਰਨ ਵਾਸਤੇ ਜਿਹੜਾ ਉਹ ਨਹੀਂ ਆਵੇਗਾ। ਤੀਸਰੇ ਸ਼ਬਦ ਦੇ ਵਿੱਚ ਕੀ ਫਰਮਾਇਆ ਉਹਨਾਂ ਨੇ? ਕਹਿੰਦੇ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ। ਕਹਿੰਦੇ ਗਾਹਕ ਹੀ ਕੋਈ ਨਹੀਂ, ਫਿਰ ਵੀ ਕਹਿੰਦੇ ਮੈਂ ਵੇਚ ਰਿਹਾ, ਲੇਕਿਨ ਕਹਿੰਦੇ ਉਹ ਭਰਾਵੋ ਮੁੱਲ ਹੀ ਨਹੀਂ ਦੇ ਸਕਦੇ, ਕਿਉਂਕਿ ਜਿਹੜੀ ਮਾਰਕੀਟ ਆ ਨਾ, ਮਾਰਕੀਟ ਵਿੱਚ ਮੁੱਲ ਉਸ ਚੀਜ਼ ਦਾ ਪਵੇਗਾ। ਮਾਰਕੀਟ ਵਿੱਚ ਵੋਟਾਂ ਦੀ ਲੋੜ ਪਵੇਗੀ, ਮਾਰਕੀਟ ਵਿੱਚ ਲੋਕਾਂ ਨੂੰ ਇਕੱਠੇ ਕਰਨ ਦੀ ਲੋੜ ਪਵੇਗੀ। ਲੇਕਿਨ ਭਗਵਾਨ ਵਾਲਮੀਕ ਜੀ ਦੀ ਬਾਣੀ ਕੀ ਕਹਿੰਦੀ? ਕਿਸੇ ਮੀਡੀਆ ਦੇ ਅੰਦਰ ਆਪਾਂ ਨੂੰ ਉਹ ਚੀਜ਼ ਜਿਹੜੀ ਉਹ ਨਹੀਂ ਮਿਲੇਗੀ। ਕੀ ਫਰਮਾਇਆ ਬਾਣੀ ਦੇ ਅੰਦਰ? ਕਹਿੰਦੇ ਬਈ ਆਪਾਂ ਭਾਈ ਸਾਹਿਬ ਦੇ ਪਾਸੋਂ ਆ ਸ਼ਬਦ ਸੁਣਿਆ ਨਾ ਜੀ, ਪਥ ਪ੍ਰਦਰਸ਼ਕ ਦੀ ਗੱਲ ਜਿਹੜੀ ਉਹਨਾਂ ਨੇ ਜ਼ਿਕਰ ਕੀਤੀ। ਕਹਿੰਦੇ ਉਹ ਪਥ ਪ੍ਰਦਰਸ਼ਕ ਸਭ ਦਾ ਦੱਸੇ ਭਵ ਸਾਗਰ ਕਿੰਜ ਤਰਨਾ। ਸਭ ਦਾ ਵਰਤਿਆ ਲਫ਼ਜ਼ ਉਹਨਾਂ ਨੇ। ਮੈਂ ਥੋੜੀ ਜਿਹੀ ਬੇਨਤੀ ਕਰਦਿਆਂ ਕਿ ਉਹਨਾਂ ਨੇ ਲਫ਼ਜ਼ ਇਹ ਨਹੀਂ ਵਰਤਿਆ ਕਿ ਉਹ ਪਥ ਪ੍ਰਦਰਸ਼ਕ ਜਿਹੜਾ ਉਹ ਵਾਲਮੀਕੀਆਂ ਦਾ। ਮੈਨੂੰ ਥੋੜੀ ਜਿਹੀ ਗੱਲ ਹੋਰ ਯਾਦ ਆ ਗਈ ਕਿ ਜਿਸ ਤਰ੍ਹਾਂ ਆਪਾਂ ਹਰਿਮੰਦਰ ਸਾਹਿਬ ਦੀ ਗੱਲ ਕਰ ਲੈਂਦੇ ਜੀ, ਉਸ ਦੇ 4 ਦਰਵਾਜ਼ੇ ਜਿਹੜੇ ਉਹ ਰੱਖੇ ਕਿ ਹਰੇਕ ਨੂੰ ਜਿਹੜਾ ਇੱਕੋ ਜਿਹਾ ਹੱਕ ਆਪਾਂ ਕਹਿ ਲਈਏ। ਤੇ ਗੁਰੂ ਸਾਹਿਬਾਨ ਨੇ ਬਾਣੀ ਦੇ ਅੰਦਰ ਇਸ ਚੀਜ਼ ਦਾ ਜ਼ਿਕਰ ਕੀਤਾ ਜੀ, ਉਪਦੇਸ਼ ਚਹੁ ਵਰਣਨ ਕੋ ਸੰਤ। ਮੈਂ ਇੱਕ ਬੁੱਕ ਪੜ੍ਹ ਰਿਹਾ ਸੀ ਸੰਤ ਸਿੰਘ ਮਸਕੀਨ ਦੀ, ਉਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਗੁਰੂ ਸਾਹਿਬਾਨ ਨੇ 4 ਦਰਵਾਜ਼ੇ ਰੱਖੇ, ਸਾਰਿਆਂ ਨੂੰ ਬਰਾਬਰਤਾ ਦਿੱਤੀ। ਕਹਿੰਦੇ ਸਾਡੇ ਵਸ ਵਿੱਚ ਹੋਵੇ ਤੇ ਕਹਿੰਦੇ ਅਸੀਂ ਇੱਕ ਵੀ ਦਰਵਾਜ਼ਾ ਜਿਹੜਾ ਉਸ ਦਾ ਨਾ ਰਹਿਣ ਦੇਈਏ।
ਗੱਲ ਕਿਹਨਾਂ ਦੀ ਕਰ ਰਹੇ? ਭਾਈ ਸਾਹਿਬ ਨੇ ਸ਼ਬਦ ਕੀ ਪੜਿਆ? ਕਹਿੰਦੇ ਉਹ ਪਥ ਪ੍ਰਦਰਸ਼ਕ ਸਭ ਦਾ ਲਫ਼ਜ਼ ਵਰਤਿਆ, ਵਾਲਮੀਕੀਆਂ ਦਾ ਨਹੀਂ ਵਰਤਿਆ। ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਵੀ ਭਗਵਾਨ ਵਾਲਮੀਕ ਜੀ ਦੀ ਬਾਣੀ ਜਿਹੜੀ ਉਹ ਸਿਰਫ ਭਗਵਾਨ ਵਾਲਮੀਕ ਜੀ ਜਿਹੜੇ ਉਹਨਾਂ ਨੂੰ ਮੰਨਣ ਵਾਲਿਆਂ ਵਾਸਤੇ। ਦੱਸੇ ਭਵ ਸਾਗਰ ਕਿੰਜ ਤਰਨਾ, ਉਹਨਾਂ ਨੇ ਆਪਣੇ ਸ਼ਬਦ ਦੇ ਵਿੱਚ ਕੀ ਪੜਿਆ? ਕਹਿੰਦੇ ਦੱਸੇ ਭਵ ਸਾਗਰ ਕਿੰਜ ਤਰਨਾ। ਆਪਾਂ ਗੱਲ ਮੀਡੀਆ ਦੀ ਕਰ ਰਹੇ ਹਾਂ ਕਿ ਮੀਡੀਆ ਦੇ ਵਿੱਚ ਕਿਸੇ ਨੇ ਇਸ ਚੀਜ਼ ਬਾਰੇ ਜ਼ਿਕਰ ਨਹੀਂ ਕੀਤਾ ਕਿ ਬਈ ਉਹ ਜਿਹੜਾ ਭਵ ਸਾਗਰ ਆ ਨਾ, ਉਸ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਤਰਿਆ ਜਾ ਸਕਦਾ। ਮੋਖ ਪ੍ਰਕਰਣ ਸਰਗ ਜਿਹੜਾ 102 ਪੇਜ ਦੇ ਉੱਪਰ ਜਿਹੜਾ ਜੀ ਉਹ ਲਿਖਿਆ, ਮੋਖ ਪ੍ਰਕਰਣ ਦੇ ਵਿੱਚ ਭਗਵਾਨ ਵਾਲਮੀਕ ਜੀ ਨੇ ਇਸ ਭਵ ਸਾਗਰ ਨੂੰ ਤਰਨ ਦੀ ਗੱਲ ਜਿਹੜੀ ਉਹਨਾਂ ਨੇ ਕੀਤੀ, ਜਿਸ ਤਰ੍ਹਾਂ ਭਾਈ ਸਾਹਿਬ ਨੇ ਆਪਣੇ ਸ਼ਬਦ ਵਿੱਚ ਉਸ ਦਾ ਜ਼ਿਕਰ ਕੀਤਾ। ਪਹਿਲੀ ਕੜੀ ਵਿੱਚ ਕੀ ਲਿਖਿਆ ਭਗਵਾਨ ਵਾਲਮੀਕ ਜੀ ਨੇ? ਕਹਿੰਦੇ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਵਾਲੇ ਸੰਤ ਜਨ ਹਨ। ਸੰਸਾਰ ਸਮੁੰਦਰ ਦੀ ਉਹਨਾਂ ਨੇ ਗੱਲ ਕੀਤੀ। ਭਗਵਾਨ ਵਾਲਮੀਕ ਜੀ ਨੇ ਆਪਣੇ ਹੋਰ ਸ਼ਬਦਾਂ ਦੇ ਵਿੱਚ ਅਪਾਰ ਸਮੁੰਦਰ ਦੀ ਗੱਲ ਕੀਤੀ। ਪਾਰ ਭਾਵ ਆ ਜਿਹੜਾ ਬਾਹਰਲਾ ਸਮੁੰਦਰ ਆ ਨਾ, ਇਸ ਦੇ ਆਪਾਂ ਕਿਨਾਰੇ ਦਾ ਪਤਾ ਕਰ ਸਕਦੇ ਕਿ ਵੀ ਇਹ ਕਿੱਥੋਂ ਕੁ ਸ਼ੁਰੂ ਹੁੰਦਾ ਤੇ ਕਿੱਥੇ ਕਿ ਖਤਮ ਹੁੰਦਾ। ਬੇਸ਼ੱਕ ਵੈਸੇ ਕਾਫੀ ਔਖਾ, ਲੇਕਿਨ ਬਾਹਰਲੇ ਸਮੁੰਦਰ ਜਿਹੜਾ ਉਸ ਦੀ ਡੂੰਘਾਈ ਜਾਂ ਜਿਸ ਤਰ੍ਹਾਂ ਆਪਾਂ ਕਹਿ ਲਈਏ ਉਸ ਦੀ ਸੀਮਾ ਹੱਦ ਜਿਹੜੀ ਆ ਨਾ, ਉਸ ਨੂੰ ਆਪਾਂ ਦੇਖ ਸਕਦੇ। ਲੇਕਿਨ ਅਪਾਰ ਤੋਂ ਭਾਵ ਉਹ ਇਹੋ ਜਿਹਾ ਸਮੁੰਦਰ ਆ ਕਹਿੰਦੇ ਜਿਸ ਦੇ ਉਰਲੇ ਕਿਨਾਰੇ ਦਾ ਤੇ ਪਰਲੇ ਕਿਨਾਰੇ ਦਾ ਜਿਹੜਾ ਉਹ ਪਤਾ ਨਹੀਂ। ਇਸ ਕਰਕੇ ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ? ਕਹਿੰਦੇ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਵਾਲੇ ਸੰਤ ਜਨ ਹਨ। ਦੂਸਰੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ? ਕਹਿੰਦੇ ਜਿਵੇਂ ਮਲਾਹ ਬੇੜੀ ਨਾਲ ਸਭ ਨੂੰ ਦਰਿਆ ਤੋਂ ਪਾਰ ਕਰਦਾ, ਤਿਵੇਂ ਸੰਤ ਜਨ ਜੁਗਤੀ ਕਰਕੇ, ਜੁਗਤੀ ਲਫ਼ਜ਼ ਵਰਤਿਆ ਭਗਵਾਨ ਵਾਲਮੀਕ ਜੀ ਨੇ, ਜੀਵਨ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਹਨ। ਤੀਸਰੀ ਕੜੀ ਵਿੱਚ ਕੀ ਫਰਮਾਇਆ? ਕਹਿੰਦੇ ਸੰਤ ਜਨ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਵਿੱਚ ਪੁੱਲ ਦੇ ਸਮਾਨ ਹਨ। ਚੌਥੀ ਕੜੀ ਬੜੀ ਵਿਚਾਰ ਕਰਨ ਵਾਲੀ ਭਗਵਾਨ ਵਾਲਮੀਕ ਜੀ ਨੇ ਕੀ ਲਿਖਿਆ ਜੀ? ਕਹਿੰਦੇ ਉਹ ਹੀ ਤਰੇ। ਕੌਣ ਤਰੇ? ਉਹ ਹੀ। ਕਿਸੇ ਕੌਮ ਦਾ, ਕਿਸੇ ਮਜ਼ਹਬ ਦਾ, ਕਿਸੇ ਮੁਲਕ ਦਾ ਜਿਹੜਾ ਉਹ ਸਵਾਲ ਨਹੀਂ। ਜਿਸ ਤਰ੍ਹਾਂ ਭਾਈ ਸਾਹਿਬ ਨੇ ਜ਼ਿਕਰ ਕੀਤਾ ਕਿ ਜਿਹੜੇ ਵੀ ਉਹਨਾਂ ਦੀ ਸ਼ਰਨ ਦੇ ਵਿੱਚ ਆਏ ਆ ਨਾ, ਉਹਨਾਂ ਨੂੰ ਫਿਰ ਉਹ ਦੱਸੇਗਾ ਕਿ ਬਈ ਇਹ ਭਵ ਸਾਗਰ ਜਿਹੜਾ, ਇਸ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਤਰਿਆ ਜਾ ਸਕਦਾ। ਕੀ ਫਰਮਾਇਆ ਚੌਥੀ ਕੜੀ ਦੇ ਵਿੱਚ? ਕਹਿੰਦੇ ਉਹ ਹੀ ਤਰੇ ਜਿਨ੍ਹਾਂ ਨੂੰ ਸੰਤਾਂ ਦੀ ਸੰਗਤ ਜਿਹੜੀ ਉਹ ਪ੍ਰਾਪਤ ਹੋਈ। ਇਸ ਕਰਕੇ ਪਥ ਪ੍ਰਦਰਸ਼ਕ, ਰਸਤਾ ਦਿਖਾਉਣ ਵਾਲਾ। ਕਿਸ ਚੀਜ਼ ਦਾ ਰਸਤਾ? ਰੱਬ ਦੇ ਘਰ ਦਾ ਰਸਤਾ, ਮਾਲਕ ਦੇ ਘਰ ਦਾ ਰਸਤਾ। ਉਸ ਮਾਲਕ ਦੇ ਘਰ ਪਹੁੰਚਣਾ ਕਿਸ ਤਰ੍ਹਾਂ, ਉਸ ਦੇ ਪ੍ਰਤੀ ਜਿਹੜਾ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਜਿਹੜਾ ਉਹ ਜ਼ਿਕਰ ਕੀਤਾ। ਮੈਨੂੰ ਗੁਰੂ ਘਰ ਦੀ ਇੱਕ ਕੜੀ ਜਿਹੜੀ ਉਹ ਯਾਦ ਆ ਗਈ। ਚੌਥੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਾਇਦ ਮੁੱਖ ਵਾਕਿਆ ਜੀ, ਉਹਨਾਂ ਨੇ ਬਾਣੀ ਅੰਦਰ ਇੱਕ ਜਗ੍ਹਾ ਤੇ ਲਿਖਿਆ ਜੀ, ਕਹਿੰਦੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ। ਗੁਰ ਚਾਲੀ, ਚਾਲੀ ਤੋਂ ਭਾਵ ਰਸਤਾ। ਕਹਿੰਦੇ ਉਹ ਬਈ ਜਿਹੜਾ ਗੁਰੂ ਨੇ ਰਸਤਾ ਦੱਸਿਆ ਨਾ, ਉਸ ਰਸਤੇ ਉੱਪਰ ਚੱਲਣਾ ਜਿਹੜਾ ਉਹ ਸਿੱਖ ਜਾਵੋ। ਭਗਵਾਨ ਵਾਲਮੀਕ ਜੀ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕਰ ਚੁੱਕਾ, ਉਸ ਰਸਤੇ ਦੀ ਗੱਲ ਕੀਤੀ, ਭਵ ਸਾਗਰ ਨੂੰ ਤਰਨ ਦੀ ਗੱਲ ਕੀਤੀ, ਜੁਗਤੀ ਦੀ ਗੱਲ ਕੀਤੀ, ਕਿੱਥੋਂ ਮਿਲੇਗੀ ਉਸ ਦੀ ਗੱਲ ਕੀਤੀ। ਤੇ ਗੁਰੂ ਘਰ ਨੇ ਆਪਣੀ ਬਾਣੀ ਦੇ ਅੰਦਰ ਕੀ ਫਰਮਾਇਆ? ਕਹਿੰਦੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨਿਓ, ਹਰ ਹਰ ਕਥਾ ਨਿਰਾਲੀ। ਭਲ ਮਾਨਿਓ ਕਹਿੰਦੇ ਉਸ ਨੂੰ ਭਲੀ ਕਰਕੇ ਬਈ ਮੰਨ ਲਵੋ ਜੋ ਗੁਰੂ ਕਹਿੰਦਾ। ਤੇ ਜੇਕਰ ਫਿਰ ਆਪਾਂ ਬਾਣੀ ਨੂੰ ਸੁਣਿਆ ਹੀ ਨਹੀਂ, ਗੁਰੂ ਕਹਿੰਦਾ ਕੀ ਆ, ਜਿਸ ਤਰ੍ਹਾਂ ਆਪਾਂ ਪਿਛਲੇ ਸਾਸੰਗ ਦੇ ਵਿੱਚ ਜ਼ਿਕਰ ਕਰ ਚੁੱਕੇ, ਬਾਪ ਦਾ ਮੰਜਾ ਜਿਹੜਾ ਉਹ ਧੁੱਪ ਤੋਂ ਛਾਵੇਂ ਨਹੀਂ ਕੀਤਾ, ਉਸ ਮੰਜੇ ਦੇ ਇਰਦ ਗਿਰਦ ਚੱਕਰ ਕੱਟ ਰਿਹਾ ਹੈ, ਉਸ ਬਾਪ ਨੂੰ ਖੁਸ਼ ਜਿਹੜਾ ਉਹ ਨਹੀਂ ਕਰ ਸਕਾਂਗੇ। ਖੁਸ਼ ਕਦੋਂ ਕਰਾਂਗੇ? ਜ਼ਿੰਦਗੀ ਦਾ ਸਫ਼ਰ ਕਦੋਂ ਤੈਅ ਹੋਵੇਗਾ? ਕਹਿੰਦੇ ਉਸ ਸਮੇਂ ਹੋਵੇਗਾ ਜਿਸ ਸਮੇਂ ਇਹ ਇਨਸਾਨ ਜਿਹੜਾ ਬਾਣੀ ਅਨੁਸਾਰ ਜਿਹੜਾ
ਉਹ ਚੱਲਣਾ ਸਿੱਖ ਜਾਵੇਗਾ। ਇਸ ਕਰਕੇ ਜਿਸ ਤਰ੍ਹਾਂ ਭੈਣ ਜੀ ਨੇ ਜ਼ਿਕਰ ਕੀਤਾ, ਗੁਰਬਾਣੀ ਦੀ ਇੱਕ ਕੜੀ ਦਾ ਆਸਰਾ ਲੈਂਦੇ ਹੋਏ ਨਾਨਕ ਸੋਈ ਦਿਨਸ ਸੁਹਾਵੜਾ, ਉਹ ਕਹਿੰਦੇ ਉਹ ਬਈ ਕਿਸੇ ਖਾਸ ਦਿਨ ਦੇ ਨਾਲ ਆਪਾਂ ਉਸ ਨੂੰ ਮੁਕਰਰ ਨਹੀਂ ਕਰ ਸਕਦੇ। ਕਹਿੰਦੇ ਉਹੀ ਦਿਨ ਸੁਹਾਵੜਾ, ਉਹੀ ਦਿਨ ਸੋਹਣਾ ਕਹਿ ਲਓ, ਉਹੀ ਦਿਨ ਜਿਹੜਾ ਗੁਰਪੁਰਬ ਕਹਿ ਲਓ, ਜਿਤ ਪ੍ਰਭ ਆਵੇ ਚਿਤ। ਜਦੋਂ ਆਪਾਂ ਭਗਵਾਨ ਵਾਲਮੀਕ ਜੀ ਨੂੰ ਜਿਹੜਾ ਉਹ ਯਾਦ ਕਰ ਲਈਏ, ਜਿਤ ਦਿਨ ਵਿਸਰੇ ਪਾਰ ਬ੍ਰਹਮ, ਇੱਥੇ ਪਾਰ ਬ੍ਰਹਮ ਤੋਂ ਭਾਵ ਉਸ ਪਰਮਾਤਮਾ, ਕਹਿੰਦੇ ਫਿੱਟ ਭਲੇਰੀ ਰੁੱਤ। ਹਾਂਜੀ, ਆਪਾਂ ਸਾਰੇ ਹੀ ਜਾਣਦੇ ਹਾਂ ਕਿ ਸੱਚ ਵਿੱਚ ਸਮਾਉਣ ਲਈ ਸਚਿਆਰ ਹੋਣਾ ਪਵੇਗਾ। ਪਰਮਾਤਮਾ ਨੇ ਇੱਕ ਵਿਧਾਨ ਬਣਾਇਆ, ਇੱਕ ਕਾਨੂੰਨ ਬਣਾਇਆ ਕਿ ਜਿੰਨਾ ਚਿਰ ਇਹ ਇਨਸਾਨ ਉਸ ਵਰਗਾ ਨਹੀਂ ਬਣੇਗਾ, ਇਹ ਉਸ ਵਿੱਚ ਸਮਾ ਨਹੀਂ ਸਕਦਾ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਅੰਦਰ ਫਰਮਾਇਆ ਕਿ ਸਫੇਦ ਬਸਤਰ ਉੱਪਰ ਕੇਸਰ ਦਾ ਰੰਗ ਛੇਤੀ ਚੜ ਜਾਂਦਾ। ਜੇਕਰ ਕੱਪੜਾ ਮੈਲਾ ਹੈ ਤਾਂ ਉਸ ਉੱਪਰ ਰੰਗ ਨਹੀਂ ਚੜ ਸਕਦਾ। ਸੌਖੇ ਲਫ਼ਜ਼ਾਂ ਵਿੱਚ ਆਪਾਂ ਆਖ ਸਕਦੇ ਹਾਂ ਕਿ ਮਾਲਕ ਦਾ ਰੰਗ ਚੜਾਉਣ ਲਈ ਦੁਨੀਆ ਦਾ ਰੰਗ ਉਤਾਰਨਾ ਪਵੇਗਾ। ਮੈਨੂੰ ਇੱਕ ਸਾਖੀ ਯਾਦ ਆ ਗਈ। ਗੁਰੂ ਸਾਹਿਬਾਨ ਦੇ ਸਮੇਂ ਵਿੱਚ ਇੱਕ ਸੁਥਰਾ ਫਕੀਰ ਹੋਇਆ। ਉਸਨੇ ਕਿਸੇ ਨੂੰ ਪੁੱਛਿਆ ਕਿ ਘਰ ਨੂੰ ਮਜ਼ਬੂਤ ਕਿਸ ਤਰ੍ਹਾਂ ਬਣਾਇਆ ਜਾ ਸਕਦਾ। ਆਪਾਂ ਨੂੰ ਪਤਾ ਹੈ ਕਿ ਪੁਰਾਣੇ ਸਮੇਂ ਵਿੱਚ ਮਕਾਨ ਕੱਚੇ ਹੁੰਦੇ ਸਨ। ਬਾਰਿਸ਼ ਦਾ ਮੌਸਮ ਸੀ। ਸੁਥਰੇ ਨੇ ਸਾਰੇ ਹੀ ਅੰਦਰ ਥੰਮੀਆਂ ਲਗਾ ਕੇ ਆਪ ਕਮਰੇ ਤੋਂ ਬਾਹਰ ਆ ਗਿਆ। ਕੋਈ ਸੱਜਣ ਰਸਤੇ ਵਿੱਚੋਂ ਲੰਘ ਰਿਹਾ ਸੀ। ਉਸਨੇ ਆਖਿਆ, ਸੁਥਰਿਆ, ਬਾਰਿਸ਼ ਪੈ ਰਹੀ ਹੈ, ਤੂੰ ਕਮਰੇ ਦੇ ਅੰਦਰ ਕਿਉਂ ਨਹੀਂ ਜਾਂਦਾ? ਪਤਾ ਜੀ ਸੁਥਰੇ ਨੇ ਕੀ ਆਖਿਆ? ਕਹਿਣ ਲੱਗਾ, ਅੰਦਰ ਜਗ੍ਹਾ ਹੀ ਕੋਈ ਨਹੀਂ। ਜੇਕਰ ਜਗ੍ਹਾ ਹੁੰਦੀ ਤਾਂ ਮੈਂ ਹੋਰ ਥੰਮੀ ਲਗਾ ਦੇਣੀ ਸੀ। ਬਾਣੀ ਇਸ ਮਨ ਨੂੰ ਸਮਝਾਉਣ ਵਾਸਤੇ ਮਹਾਤਮਾ ਨੇ ਲਿਖੀ ਕਿ ਇਸ ਬਾਣੀ ਦਾ ਸੰਬੰਧ ਸਾਡੇ ਸਰੀਰ ਨਾਲ ਨਹੀਂ, ਸਗੋਂ ਸਾਡੀ ਆਤਮਾ ਨਾਲ ਹੈ। ਇਸ ਕਰਕੇ ਹਰੇਕ ਮਹਾਤਮਾ ਨੇ ਆਤਮਾ ਦੇ ਸਫ਼ਰ ਦੀ ਗੱਲ ਕੀਤੀ। ਭਾਈ ਸਾਹਿਬ ਜੀ, ਭਾਈ ਉਮਰ ਕਲਿਆਣ ਜੀ ਨੇ ਸ਼ਬਦ ਪੜਿਆ, ਤਾਰੀ ਮਨ ਆਈਆਂ ਸਭ ਛੱਡ ਕੇ, ਉਸ ਦੀ ਸਿੱਖਿਆ ਮਨ ਵਸਾ ਲਈਏ। ਭਗਵਾਨ ਵਾਲਮੀਕ ਜੀ ਦੀ ਸਿੱਖਿਆ ਨੂੰ ਅਪਣਾਉਣਾ ਹੀ ਉਹਨਾਂ ਦਾ ਗੁਰਪੁਰਬ ਮਨਾਉਣਾ ਆਖਿਆ ਜਾ ਸਕਦਾ ਹੈ। ਭਾਈ ਸਾਹਿਬ ਜੀ ਮਨ ਆਈਆਂ ਨੂੰ ਛੱਡਣ ਦੀ ਗੱਲ ਅਤੇ ਉਸ ਦੀ ਸਿੱਖਿਆ ਨੂੰ ਮਨ ਵਿੱਚ ਵਸਾਉਣ ਬਾਰੇ ਆਪ ਸੰਗਤ ਨੂੰ ਕੀ ਕਹਿਣਾ ਚਾਹੁੰਦੇ? ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਆਪਾਂ ਬਾਣੀ ਦੇ ਅੰਦਰ ਵਿਚਾਰ ਕਰ ਰਹੇ ਹਾਂ, ਅੱਜ ਦੀ ਵਾਰਤਾਲਾਪ ਕਹਿ ਦਈਏ, ਉਸ ਦੇ ਅੰਦਰ ਆਪਾਂ ਗੱਲ ਕਰ ਰਹੇ ਹਾਂ ਕਿ ਭਗਵਾਨ ਵਾਲਮੀਕ ਜੀ ਦੀਆਂ ਸਿੱਖਿਆਵਾਂ ਨੂੰ ਇਸ ਜ਼ਿੰਦਗੀ ਦਾ ਹਿੱਸਾ ਬਣਾਉਣਾ ਹੀ ਉਹਨਾਂ ਦਾ ਗੁਰਪੁਰਬ ਜਿਹੜਾ ਉਹ ਆਖਿਆ ਜਾ ਸਕਦਾ। ਭੈਣ ਜੀ ਸਾਖੀ ਦੇ ਰਾਹੀਂ ਆਪਾਂ ਨੂੰ ਥੋੜੀ ਜਿਹੀ ਗੱਲ ਜਿਹੜੀ ਉਹ ਕਰ ਗਏ। ਜਿਸ ਤਰ੍ਹਾਂ ਇਹਨਾਂ ਨੇ ਜ਼ਿਕਰ ਕੀਤਾ ਜੀ, ਇੱਕ ਕੱਪੜੇ ਦੀ ਗੱਲ ਕਰਦੇ ਹੋਏ ਕਿ ਜੇਕਰ ਵੀ ਕੱਪੜੇ ਤੇ ਰੰਗ ਚਾੜਨਾ ਨਾ, ਤੇ ਭਗਵਾਨ ਵਾਲਮੀਕ ਜੀ ਦੀ ਬਾਣੀ ਦੇ ਵਿੱਚੋਂ ਰੈਫਰੈਂਸ ਲਿਆ ਕਿ ਵੀ ਜਿੱਦਾਂ ਸਫੇਦ ਵਸਤਰ ਆ ਨਾ, ਤੇ ਉਸ ਦੇ ਉੱਪਰ ਫਿਰ ਰੰਗ ਜਿਹੜਾ ਉਹ ਛੇਤੀ ਚੜ ਜਾਵੇਗਾ। ਸਫੇਦ ਵਸਤਰ ਤੋਂ ਕੀ ਭਾਵ ਕਿ ਜੇਕਰ ਇਸ ਇਨਸਾਨ ਦੀ ਆਤਮਾ ਕਹਿ ਲਓ, ਮਨ ਕਹਿ ਲਓ, ਚਾਹੇ ਉਹ ਮੈਲਾ ਚਾਹੇ ਉਹ ਗੰਦਾ, ਤੇ ਫਿਰ ਉਸ ਮਾਲਕ ਦਾ ਰੰਗ ਜਿਹੜਾ ਉਸ ਦੇ ਉੱਪਰ ਜਿਹੜਾ ਉਹ ਨਹੀਂ ਚੜ ਸਕੇਗਾ। ਦੂਸਰੀ ਚੀਜ਼ ਇਹਨਾਂ ਨੇ ਇੱਕ ਸੁਥਰੇ ਦੀ ਬੜੀ ਅਨਮੋਲ ਚੀਜ਼ ਆਪਣੇ ਸਾਹਮਣੇ ਰੱਖੀ ਕਿ ਜਿਤਨਾ ਅਰਸਾ ਇਹ ਇਨਸਾਨ ਆਪਣੇ ਮਨ ਦੇ ਉੱਪਰੋਂ ਦੁਨੀਆ ਦੀਆਂ ਚੀਜ਼ਾਂ ਦਾ ਭਾਰ ਨਹੀਂ ਹਟਾਵੇਗਾ। ਹੁਣ ਸਵਾਲ ਇਸ ਚੀਜ਼ ਦਾ ਕਿ ਵੀ ਜਿੱਥੇ ਆਪਾਂ ਉਸ ਮਾਲਕ ਨੂੰ ਬਿਠਾਉਣਾ, ਜਿੱਥੇ ਆਪਾਂ ਉਸ ਦੀ ਗੱਲ ਕਰ ਰਹੇ, ਸਿੱਖਿਆ ਦੇ ਰਾਹੀਂ ਜਿੱਥੇ ਆਪਾਂ ਪਹੁੰਚਣਾ, ਤੇ ਫਿਰ ਕਹਿੰਦੇ ਉਹ ਤੇ ਪਹਿਲੋਂ ਹੀ ਭਰੀ ਪਈ। ਕਿਹੜੀ ਚੀਜ਼ ਨਾਲ ਭਰੀ ਪਈ? ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ
ਹੰਕਾਰ ਦੀ ਗੱਲ ਕੀਤੀ। ਹੰਕਾਰ ਨੂੰ ਉਹਨਾਂ ਨੇ ਕੀ ਫਰਮਾਇਆ? ਕਹਿੰਦੇ ਬਈ ਇਹ ਦੁੱਖਾਂ ਦੀ ਖਾਣ ਆ, ਭਗਵਾਨ ਵਾਲਮੀਕ ਜੀ ਦੇ ਦੱਸਣ ਦੇ ਅਨੁਸਾਰ। ਤੇ ਮਹਾਤਮਾ ਆਪਾਂ ਨੂੰ ਕੀ ਦੱਸਦੇ ਕਿ ਉਹ ਭਾਈ ਉਸ ਮਾਲਕ ਨਾਲ ਮਿਲਣ ਲਈ ਇਹ ਹੰਕਾਰ ਜਿਹੜਾ ਇਹ ਛੱਡ ਦਿਓ, ਦੁਨੀਆ ਦੀ ਮਾਣ ਵਡਿਆਈ ਜਿਹੜੀ ਇਸ ਨੂੰ ਛੱਡ ਦਿਓ, ਇਹ ਬੱਲੇ ਬੱਲੇ ਜਾਂ ਵਾਵਾ ਵਾਵਾ ਦੀ ਗੱਲ ਜਿਹੜੀ ਇਸ ਨੂੰ ਕਹਿੰਦੇ ਬਈ ਛੱਡ ਦਿਓ, ਜੇਕਰ ਤੁਸੀਂ ਉਸ ਮਾਲਕ ਦੇ ਨਾਲ ਮਿਲਣਾ ਚਾਹੁੰਦੇ ਹੋ। ਤੇ ਜੇਕਰ ਫਿਰ ਆਪਾਂ ਨਹੀਂ ਛੱਡੀ ਤੇ ਫਿਰ ਆਪਾਂ ਉਸ ਬਾਣੀ ਤੋਂ ਜਿਹੜਾ ਉਹ ਫਾਇਦਾ ਨਹੀਂ ਉਠਾਇਆ। ਜਿਸ ਤਰ੍ਹਾਂ ਭਾਈ ਸਾਹਿਬ ਨੇ ਸ਼ਬਦ ਪੜਿਆ, ਤਾਰੀ ਮਨ ਆਈਆਂ ਸਭ ਛੱਡ ਕੇ, ਕਿਉਂਕਿ ਇਹ ਇਨਸਾਨ ਦਾ ਮਨ ਆ ਕੀ ਕਰੇਗਾ? ਆਪਣੇ ਆਪ ਨੂੰ ਜਿਹੜਾ ਉਹ ਵੱਡਾ ਜਾਣਨ ਦੀ ਕੋਸ਼ਿਸ਼ ਕਰੇਗਾ, ਆਪਣੇ ਆਪ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰੇਗਾ। ਲੇਕਿਨ ਬਾਣੀ ਕੀ ਕਹਿੰਦੀ? ਬਾਣੀ ਕਹਿੰਦੀ ਨਹੀਂ ਮਿਲ ਸਕੋਗੇ। ਜੇਕਰ ਆਪਾਂ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਪੜ੍ਹ ਕੇ ਦੇਖੀਏ, ਭਗਵਾਨ ਵਾਲਮੀਕ ਜੀ ਦੀ ਬਾਣੀ ਪੜ੍ਹ ਕੇ ਵੇਖੀਏ, ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਵੇਖੀਏ, ਤੇ ਉਹਨਾਂ ਨੇ ਬਾਣੀ ਦੇ ਅੰਦਰ ਇਸ ਚੀਜ਼ ਦਾ ਜਿਹੜਾ ਜੀ ਉਹ ਜ਼ਿਕਰ ਕੀਤਾ। ਸਤਿਗੁਰੂ ਰਵਿਦਾਸ ਜੀ ਨੇ ਕੀ ਫਰਮਾਇਆ? ਕਹਿੰਦੇ ਚਾਖਾ ਚਾਹੇ ਪ੍ਰੇਮ ਰਸ, ਰਾਖਾ ਚਾਹੇ ਮਾਨ, ਏਕ ਮੇ ਆਨ ਮੇ ਦੋ ਖੜਕ, ਦੇਖਾ ਸੁਣਾ ਨਾ ਕਹੋ। ਸ਼ੇਖ ਫਰੀਦ ਜੀ ਨੇ ਵੀ ਜ਼ਿਕਰ ਕੀਤਾ, ਜਿਸ ਤਰ੍ਹਾਂ ਆਪਾਂ ਗੱਲ ਕਰ ਸਕਦੇ ਇਸ ਇਨਸਾਨ ਦੇ ਮਨ ਦੀ, ਕਿ ਇਸ ਇਨਸਾਨ ਨੇ ਮਨ ਦੇ ਅਧੀਨ ਆ ਕੇ ਉਸ ਅਵਸਥਾ ਨੂੰ ਪ੍ਰਾਪਤ ਕੀਤਾ। ਦੁਨੀਆ ਦੀ ਵਾਵਾ ਵਾਵਾ ਪ੍ਰਾਪਤ ਕਰਨ ਦੇ ਲਈ ਸੰਗ ਮਰਮਰ ਦੇ ਚਿੱਟੇ ਪੱਥਰ ਆਪਾਂ ਕਹਿ ਲਈਏ, ਇਸ ਇਨਸਾਨ ਦੇ ਹੰਕਾਰ ਜਿਹੜਾ ਉਸਨੇ ਉਹਨਾਂ ਨੂੰ ਕਾਲੇ ਕਰ ਦਿੱਤਾ। ਭਾਵ ਇਸ ਇਨਸਾਨ ਦੇ ਹਿਰਦੇ ਦੇ ਅੰਦਰ ਉਹ ਚੀਜ਼ ਜਿਹੜੀ ਉਹ ਵਸ ਚੁੱਕੀ। ਇਸ ਕਰਕੇ ਇਸ ਨੂੰ ਆਪਾਂ ਮਨ ਆਈ ਆਖ ਸਕਦੇ। ਅਗਲੀ ਕੜੀ 'ਚ ਕੀ ਫਰਮਾਇਆ? ਕਹਿੰਦੇ ਉਸ ਦੀ ਤਾਰੀ ਮਨ ਆਈਆਂ ਸਭ ਛੱਡ ਕੇ, ਕਹਿੰਦੇ ਉਸ ਦੀ ਸਿੱਖਿਆ ਮਨ ਵਸਾ ਲਈ ਏ। ਉਸ ਦੀ ਸਿੱਖਿਆ ਕੀ ਬਈ? ਕਹਿੰਦੇ ਬਾਣੀ ਕੀ ਕਹਿੰਦੀ? ਗੁਰੂ ਘਰ ਨੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਕਹਿੰਦੇ ਗਿਆਨ ਅੰਜਨ ਗੁਰ ਦੀ ਆ, ਅਗਿਆਨ ਅੰਧੇਰ ਵਿਨਾਸ਼, ਕਹਿੰਦੇ ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਕਹਿੰਦੇ ਗਿਆਨ ਰੂਪੀ ਸੁਰਮਾ ਆਪਣੀਆਂ ਅੱਖਾਂ ਦੇ ਵਿੱਚ ਪਾ ਲਓ, ਕਹਿੰਦੇ ਪ੍ਰਕਾਸ਼ ਹੋ ਜਾਵੇਗਾ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਇਸੇ ਕਰਕੇ ਬਾਣੀ ਨੂੰ ਗਿਆਨ ਰੂਪੀ ਚਾਨਣ ਆਖਿਆ ਜੀ। ਤੇ ਜੇਕਰ ਫਿਰ ਵੀ ਮੇਰੇ ਵਰਗੇ ਇਨਸਾਨ ਨੇ ਉਹ ਚਾਨਣ ਪ੍ਰਾਪਤ ਹੀ ਨਹੀਂ ਕੀਤਾ, ਆ ਬਾਹਰ ਆਪਾਂ ਕ੍ਰਿਸਮਸ ਦੀ ਗੱਲ ਕਰ ਲਈਏ, ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਗੱਲ ਕਰ ਲਈਏ, ਲਾਈਟਾਂ ਲਗਾ ਕੇ ਰੋਸ਼ਨੀ ਆਪਾਂ ਬਾਹਰ ਤੇ ਕਰ ਸਕਦੇ, ਲੇਕਿਨ ਜੇ ਅੰਦਰ ਅੰਧੇਰਾ ਆ ਨਾ ਤੇ ਫਿਰ ਇਹ ਇਨਸਾਨ ਜੰਮਿਆ ਮੱਸਿਆ ਵਿੱਚ, ਜੀਵਿਆ ਮੱਸਿਆ ਵਿੱਚ ਅਤੇ ਮਰਿਆ ਵੀ ਮੱਸਿਆ ਵਿੱਚ। ਚਾਨਣ ਕਦੋਂ ਪੈਦਾ ਹੋਵੇਗਾ? ਰੋਸ਼ਨੀ ਕਦੋਂ ਇਸ ਇਨਸਾਨ ਨੂੰ ਮਿਲੇਗੀ? ਉਸ ਰਸਤੇ ਬਾਰੇ ਕਦੋਂ ਇਸ ਇਨਸਾਨ ਨੂੰ ਸੋਝੀ ਮਿਲੇਗੀ? ਜਦੋਂ ਇਹ ਇਨਸਾਨ ਆਪਣੇ ਮਨ ਦੇ ਨਾਲ ਜਿਹੜਾ ਉਹ ਸੋਚਣਾ ਸ਼ੁਰੂ ਕਰ ਦੇਵੇਗਾ। ਇਸ ਕਰਕੇ ਭਗਵਾਨ ਵਾਲਮੀਕ ਜੀ ਦਾ ਆਪਾਂ ਪ੍ਰਗਟ ਦਿਵਸ ਕਹਿ ਲਈਏ, ਪ੍ਰਕਾਸ਼ ਉਤਸਵ ਕਹਿ ਲਈਏ, ਜਨਮ ਦਿਵਸ ਕਹਿ ਲਈਏ, ਜਾਂ ਕਿਸੇ ਹੋਰ ਸ਼ਬਦ ਨਾਲ ਆਪਾਂ ਇਸ ਨੂੰ ਵਰਤੋਂ ਵਿੱਚ ਲੈ ਕੇ ਆ ਜਾਈਏ, ਲੇਕਿਨ ਅੰਦਰ ਚਾਨਣ ਉਸ ਸਮੇਂ ਹੋਵੇਗਾ ਜਦੋਂ ਇਹ ਇਨਸਾਨ ਸੋਚਣਾ ਸ਼ੁਰੂ ਕਰ ਦੇਵੇਗਾ ਕਿ ਲਫ਼ਜ਼ਾਂ ਦੇ ਚੱਕਰ ਦੇ ਵਿੱਚ ਕਹਿ ਲਓ, ਲਫ਼ਜ਼ਾਂ ਦੇ ਨਾਲ ਇਹਨਾਂ ਦਾ ਕੋਈ ਵੀ ਸੰਬੰਧ ਜਿਹੜਾ ਉਹ ਨਹੀਂ ਆਖਿਆ ਜਾ ਸਕਦਾ। ਇਸ ਕਰਕੇ ਜਿਸ ਤਰ੍ਹਾਂ ਭਾਈ ਸਾਹਿਬ ਨੇ ਸ਼ਬਦ ਪੜਿਆ, ਜ਼ਿੰਦਗੀ ਸਫਲ ਉਦੋਂ ਹੋਵੇਗੀ ਜਦੋਂ ਇਹ ਇਨਸਾਨ ਉਸ ਦੀ ਸਿੱਖਿਆ ਜਿਹੜੀ ਉਸ ਨੂੰ ਮਨ ਦੇ ਵਿੱਚ ਜਿਹੜਾ ਉਹ ਵਸਾ ਲਵੇਗਾ। ਗੁਰਮੁਖ ਪਿਆਰਿਓ, ਸਮਾਂ ਆਪਣੀ ਰਫ਼ਤਾਰ ਨਾਲ ਤੁਰਿਆ ਜਾ ਰਿਹਾ। ਸੰਸਾਰ ਦੀ ਸਾਰੀ ਉਸਾਰੀ ਕਿਸੇ ਨਿਯਮ ਦੇ ਵਿਧਾਨ ਦੇ ਆਸਰੇ ਤੇ ਖੜੀ ਹੈ। ਇੱਟਾਂ ਨੂੰ ਕਿਸੇ ਖਾਸ ਤਰਤੀਬ ਵਿੱਚ ਰੱਖ ਕੇ ਹੀ ਦੀਵਾਰ ਦੀ ਉਸਾਰੀ ਕੀਤੀ ਜਾ ਸਕਦੀ। ਜੀਵਨ ਦਾ ਹਰ ਕਰਮ ਜੇਕਰ ਤਰਤੀਬ ਵਿੱਚ ਹੋ ਜਾਵੇ ਤਾਂ ਇਸ ਇਨਸਾਨ ਦਾ ਜਨਮ ਸਫਲ ਆਖਿਆ ਜਾ ਸਕਦਾ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਉਸ ਤਰਤੀਬ ਵਿੱਚ ਲੈ ਕੇ ਆਂਦਾ, ਉਹਨਾਂ ਨੂੰ ਭਗਤ, ਗੁਰਮੁਖ, ਭਗਵਾਨ ਜਾਂ ਸੰਤ ਆਖਿਆ ਜਾਂਦਾ। ਮੈਂ ਬੇਨਤੀ ਕਰਾਂ,
ਹਾਰਮੋਨੀਅਮ ਵਜਾ ਕੇ ਉਸ ਵਿੱਚੋਂ ਸੰਗੀਤ ਦੀ ਆਵਾਜ਼ ਪੈਦਾ ਕਰਨਾ ਹਰੇਕ ਇਨਸਾਨ ਦਾ ਕੰਮ ਨਹੀਂ ਹੈ, ਪਰ ਉਸ ਨੂੰ ਤੋੜ ਕੇ ਭੰਨ ਦੇਣਾ ਹਰ ਕੋਈ ਕਰ ਸਕਦਾ। ਕਪਾਹ ਤੋਂ ਕੱਪੜਾ ਬਣਾਉਣਾ ਅਤੇ ਉਸ ਕੱਪੜੇ ਨੂੰ ਤਿਆਰ ਕਰਕੇ ਇੱਕ ਸੂਟ ਦੀ ਸ਼ਕਲ ਦੇ ਦੇਣੀ ਇੱਕ ਕਲਾ ਹੈ, ਇੱਕ ਘਾਲਣਾ ਹੈ ਜੋ ਹਰ ਕੋਈ ਨਹੀਂ ਕਰ ਸਕਦਾ, ਪਰ ਕੱਪੜੇ ਨੂੰ ਪਾੜ ਹਰ ਕੋਈ ਸਕਦਾ ਹੈ। ਇਸੇ ਤਰ੍ਹਾਂ ਮਨੁੱਖ ਨੇ ਸੰਤੋਖੀ, ਸੀਲ ਸੰਜਮੀ, ਦਿਆਲੂ ਤੇ ਵਿਸ਼ਾਲ ਹਿਰਦੇ ਵਾਲਾ ਬਣਨਾ ਹੋਵੇ ਤਾਂ ਇੱਕ ਲੰਬੀ ਸਾਧਨਾ ਦੀ ਲੋੜ ਹੈ, ਪਰ ਕ੍ਰੋਧੀ, ਲੋਭੀ ਤੇ ਕਠੋਰ ਬਣਨਾ ਹੋਵੇ ਤਾਂ ਹਰ ਕੋਈ ਬਣ ਸਕਦਾ। ਆਪਾਂ ਆਖ ਸਕਦੇ ਹਾਂ ਕਿ ਘਰ ਦੀਆਂ ਵਸਤੂਆਂ ਨੂੰ ਸਵਾਰ ਕੇ ਸ਼ਿੰਗਾਰ ਕੇ ਰੱਖਣ ਦੀ ਜਾਚ ਇਸ ਇਨਸਾਨ ਨੂੰ ਆ ਗਈ। ਲੋਹੇ ਨੂੰ ਸਵਾਰ ਕੇ ਮਸ਼ੀਨਾਂ ਵਿੱਚ ਬਦਲ ਦੇਣਾ ਇਸ ਇਨਸਾਨ ਦੇ ਵਿਰਸੇ ਵਿੱਚ ਆਇਆ। ਸੋਨੇ ਨੂੰ ਸਵਾਰ ਕੇ ਖੂਬਸੂਰਤ ਗਹਿਣੇ ਕੱਢਣਾ ਇਸ ਇਨਸਾਨ ਦੀ ਕਾਰੀਗਰੀ ਦੇ ਸਬੂਤ ਆਖੇ ਜਾ ਸਕਦੇ ਹਨ। ਪਰ ਅਫਸੋਸ ਇਸ ਗੱਲ ਦਾ ਕਿ ਇਹਨਾਂ ਦੁਨਿਆਵੀ ਵਸਤੂਆਂ ਨੂੰ ਸਵਾਰਨ ਵਿੱਚ ਇਹ ਇਨਸਾਨ ਇਸ ਤਰ੍ਹਾਂ ਫਸਿਆ ਕਿ ਆਪਣੇ ਆਪ ਨੂੰ ਸਵਾਰਨਾ ਹੀ ਭੁੱਲ ਗਿਆ। ਆਪਾਂ ਆਖ ਸਕਦੇ ਹਾਂ ਕਿ ਸੰਸਾਰ ਅੰਦਰ ਸਭ ਕੁਝ ਸਵਾਰਿਆ ਹੋਇਆ, ਸ਼ਿੰਗਾਰਿਆ ਹੋਇਆ ਮਿਲਦਾ ਹੈ। ਜੇਕਰ ਕੋਈ ਨਹੀਂ ਸਵਾਰਿਆ ਹੋਇਆ ਤਾਂ ਉਹ ਕੀ ਹੈ? ਉਹ ਹੈ ਇਸ ਮਨੁੱਖ ਦਾ ਜੀਵਨ। ਜੇਕਰ 2% ਸਵਾਰੇ ਹੋਏ ਵੀ ਹਨ ਤਾਂ ਮੈਂ ਉਹਨਾਂ ਪਾਸੋਂ ਮਾਫੀ ਮੰਗ ਲਵਾਂ। ਬਾਕੀ 98% ਸਾਡੇ ਵਰਗੇ ਹੀ ਹਨ। ਭਗਵਾਨ ਵਾਲਮੀਕ ਜੀ ਦਇਆ ਕਰਨ, ਆਪਾਂ ਉਹਨਾਂ ਦੇ ਗੁਰਪੁਰਬ ਤੋਂ ਆਪਣੇ ਆਪ ਨੂੰ ਸਵਾਰਨਾ ਸਿੱਖ ਲਈਏ। ਮੈਨੂੰ ਸ਼ੇਖ ਫਰੀਦ ਜੀ ਦੇ ਬਚਨ ਯਾਦ ਆ ਗਏ। ਸ਼ੇਖ ਫਰੀਦ ਜੀ ਦੱਸਦੇ ਹਨ ਕਿ ਆਪਣੇ ਆਪ ਨੂੰ ਸਵਾਰਨ ਤੋਂ ਬਗੈਰ ਉਸ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, ਕਿਉਂ ਜੋ ਉਹ ਸਵਾਰਿਆ ਹੋਇਆ ਹੈ ਉਹ ਪਰਮਾਤਮਾ ਨਿਰਵੈਰ ਹੈ। ਸਾਨੂੰ ਵੀ ਆਪਣੇ ਹਿਰਦੇ ਵਿੱਚੋਂ ਵੈਰ ਭਾਵਨਾ ਨੂੰ ਖਤਮ ਕਰਨਾ ਪਵੇਗਾ। ਸਾਡੇ ਵੱਲੋਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਸਮੁੱਚੀ ਮਾਨਵਤਾ ਨੂੰ ਬਹੁਤ ਬਹੁਤ ਵਧਾਈ। ਧੰਨਵਾਦੀ ਹਾਂ ਕਾਂਸ਼ੀ ਟੈਲੀਵਿਜ਼ਨ ਦੀ ਸਾਰੀ ਟੀਮ ਦੇ, ਜਿਨ੍ਹਾਂ ਦੀ ਸਖਤ ਮਿਹਨਤ ਨਾਲ ਭਗਵਾਨ ਵਾਲਮੀਕ ਜੀ ਦੀਆਂ ਸਿੱਖਿਆਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਕੀ ਜੈ। ਜੈ ਗੁਰੂਦੇਵ।